ਹਾਲ ਹੀ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਅਮਰੀਕਾ ਫੇਰੀ ਤੇ ਗਏ, ਉਹਨਾਂ ਦੀ ਅਮਰੀਕਾ ਫੇਰੀ ਨੇ ਭਾਰਤ ਅਤੇ ਅਮਰੀਕੀ ਰਿਸ਼ਤਿਆਂ ਦੇ ਵਿੱਚ ਇੱਕ ਨਵੀਂ ਵਿਆਖਿਆ ਛੇੜ ਦਿੱਤੀ ਹੈ। ਚੌਤਰਫਾ ਚਰਚਾ ਹੈ ਅਮਰੀਕਾ ਦੇ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੀਤੇ ਗਏ ਸਵਾਗਤ ਦੀ। ਪਰ ਵੱਡਾ ਸਵਾਲ ਇਹ ਹੈ ਕਿ ਭਾਰਤ ਦੇ ਹਿੱਸੇ ਇਸ ਫੇਰੀ ਤੋਂ ਕੀ ਆਵੇਗਾ, ਜਿਹੜੇ ਸਮਝੌਤੇ ਹੋਏ ਨੇ ਉਹਨਾਂ ਦਾ ਭਾਰਤ ਨੂੰ ਕੀ ਲਾਹਾ ਹੋਵੇਗਾ ਤੇ ਹੋਰ ਭਾਰਤੀਆਂ ਦੇ ਨਾਲ ਜੁੜੇ ਹੋਏ ਕਿਹੜੇ-ਕਿਹੜੇ ਮਸਲੇ ਇਹ ਫੇਰੀ ਹੱਲ ਕਰੇਗੀ। ਇਹਨਾਂ तमाम ਵਿਸ਼ਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਵਕਤ ਅਮਰੀਕਾ 'ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਜਿਹੜੇ ਕਿ ਵਾਸ਼ਿੰਗਟਨ DC ਤੋਂ ਲਾਈਵ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਇਹਨਾਂ तमाम ਸਵਾਲਾਂ ਤੇ ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਾਂ ਸੰਧੂ ਸਾਹਿਬ, ਤੁਹਾਡਾ ਪੰਜਾਬ ਕੇਸਰੀ ਜਗਬਾਣੀ ਤੇ ਨਿਊਜ਼ ਦਾ ਟਾਈਮ ਤੇ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਸਤਿ ਸ੍ਰੀ ਅਕਾਲ, ਨਮਸਕਾਰ। ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਅੱਜ ਮੈਂ ਜਗਬਾਣੀ ਗਰੁੱਪ ਦੇ ਨਾਲ ਇੰਟਰਵਿਊ ਕਰ ਰਿਹਾ, ਆਪਣੀ ਪਹਿਲੀ ਇੰਟਰਵਿਊ ਜੀ। ਬਟ ਤੁਹਾਡੇ ਲਈ ਇੰਨਾ ਜ਼ਰੂਰ ਮੈਂ ਮੈਂਸ਼ਨ ਕਰਾਂਗਾ ਕਿ ਜਗਬਾਣੀ ਗਰੁੱਪ ਨਾਲ ਤੇ ਮੇਰੇ ਪਰਿਵਾਰ ਦਾ ਇੱਕ ਬਹੁਤ ਪੁਰਾਣਾ ਸੰਬੰਧ ਹੈਗਾ। ਤੁਹਾਨੂੰ ਸ਼ਾਇਦ ਪਤਾ ਨਹੀਂ ਹੋਏਗਾ ਕਿ ਇਹਨਾਂ ਦੀਆਂ ਵੀ ਰੂਟਸ ਸਮੁੰਦਰੀ ਤਹਿਸੀਲ ਤੋਂ ਟਰੇਸ ਹੁੰਦੀਆਂ ਨੇ। ਦੂਸਰੇ ਮੇਰੇ ਜਿਹੜੇ ਫਾਦਰ ਸਾਹਿਬ ਸੀਗੇ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਤੇ ਲਾਲਾ ਜਗਤ ਰਾਮ ਦਾ ਬਹੁਤ ਹੀ ਪਰਿਵਾਰਿਕ ਰਿਸ਼ਤਾ ਸੀਗਾ। ਮੈਂ ਛੋਟੇ ਹੁੰਦਿਆਂ ਲਾਲਾ ਜੀ ਨੂੰ ਕਈ ਵਾਰੀ ਦੇਖਿਆ ਘਰ 'ਚ। ਔਰ ਤੀਸਰਾ, ਜਿਹੜੇ ਹੁਣ ਦੀ ਜਨਰੇਸ਼ਨ ਹੈਗੀ ਔਰ ਈਵਨ ਨੈਕਸਟ ਜਨਰੇਸ਼ਨ ਹੈ, ਉਹਨਾਂ ਦਾ ਮੇਰੇ ਨਾਲ ਕਾਫੀ ਇੰਟਰੈਕਸ਼ਨ ਹੋਇਆ ਜੀ। ਬਹੁਤ ਬਹੁਤ ਖੁਸ਼ੀ। ਬਹੁਤ ਮਿਹਰਬਾਨੀ ਸੰਧੂ ਸਾਹਿਬ, ਤੁਸੀਂ ਨਿੱਜੀ ਜ਼ਿੰਦਗੀ ਤੋਂ ਗੱਲ ਸ਼ੁਰੂ ਕੀਤੀ ਹੈ ਤਾਂ ਮੈਂ ਇੱਕ ਨਿੱਜੀ ਸਵਾਲ ਹੀ ਤੁਹਾਨੂੰ ਕਰਨਾ ਚਾਹੂੰਗਾ। ਤੁਹਾਡੇ ਸਾਰਿਆਂ ਦੇ ਨਾਮ ਦੇ ਨਾਲ ਸਮੁੰਦਰੀ ਲੱਗਦਾ ਹੈ। ਸੰਧੂ ਸਾਹਿਬ, ਤੁਸੀਂ ਸੰਧੂ ਤਖੱਲਸ ਤੋਂ ਸੰਤੁਸ਼ਟ ਹੁੰਦੇ ਹੋ ਜਾਂ ਫਿਰ ਸਮੁੰਦਰੀ ਲਾਉਣ ਦੀ ਇੱਛਾ ਹੈਗੀ ਆ? ਇਸ ਤਰ੍ਹਾਂ ਸੀਗਾ ਕਿ ਰੋਟੀ ਸਾਹਿਬ, ਮੇਰਾ ਐਕਚੁਅਲੀ ਜਦੋਂ ਮੈਂ ਛੋਟਾ ਸੀਗਾ ਤੇ ਮੇਰੇ ਮਦਰ ਸੰਧੂ ਲਿਖਦੇ ਸੀਗੇ ਜੀ, ਤੇ ਮੈਂ ਉਹਨਾਂ ਦਾ ਜਿਹੜਾ ਤਖੱਲਸ ਆ ਤੁਸੀਂ ਨਾਲ ਲੈ ਕੇ ਚੱਲੇ, ਉਹ ਯੂਜ਼ ਕਰਦੇ ਸੀ, ਉਧਰ ਲੱਗ ਗਿਆ ਜੀ। ਬਟ ਬਿਲਕੁਲ ਤੁਹਾਡੀ ਗੱਲ ਸਹੀ ਹੈ। ਬੇਸਿਕਲੀ ਪੁਰਾਣੇ ਜਿਹੜੇ ਲੀਡਰ ਸੀਗੇ ਉਹ ਕਦੀ ਵੀ ਕਾਸਟ ਨਹੀਂ ਯੂਜ਼ ਕਰਦੇ ਸੀ। ਤੇ ਮੇਰੇ ਗ੍ਰੈਂਡਫਾਦਰ ਤੇਜਾ ਸਿੰਘ ਸਮੁੰਦਰੀ ਉਹ ਸਮੁੰਦਰੀ ਤਹਿਸੀਲ ਦੇ ਸੀਗੇ, ਇਸ ਕਰਕੇ ਤੇਜਾ ਸਿੰਘ ਸਮੁੰਦਰੀ ਲਿਖਦੇ ਸੀ। ਮੇਰੇ ਫਾਦਰ ਸਾਹਿਬ ਬਿਸ਼ਨ ਸਿੰਘ ਸਮੁੰਦਰੀ, ਉਹਨਾਂ ਨੇ ਵੀ ਲਿਖਿਆ ਜੀ। ਬਟ ਹੁਣ ਇੱਕ ਵਾਰੀ ਸੰਧੂ ਸ਼ੁਰੂ ਹੋ ਗਿਆ ਤੇ ਫਿਰ ਮੈਂ ਬਦਲਿਆ ਨਹੀਂ। ਬਹੁਤ ਖੂਬ। ਤਾਂ ਆਪਾਂ ਰਸਮੀ ਗੱਲਬਾਤ ਤੇ ਆਉਣੇ ਆ ਸੰਧੂ ਸਾਹਿਬ। ਪਹਿਲਾ ਸਵਾਲ ਕਿ ਪ੍ਰਧਾਨ ਮੰਤਰੀ ਮੋਦੀ ਜੀ ਹਾਲ ਹੀ 'ਚ ਅਮਰੀਕਾ ਤੋਂ ਵਾਪਸ ਪਰਤੇ ਨੇ, ਤੁਸੀਂ ਉਹ ਸਾਰਾ ਹਾਲ ਅੱਖੀ ਡਿੱਠਾ ਵੇਖਿਆ ਤੇ ਬਤੌਰ ਡਿਪਲੋਮੈਟ ਤੁਸੀਂ ਉੱਥੇ ਮੌਜੂਦ ਵੀ ਰਹੇ ਹੋ। ਪ੍ਰਾਈਮ ਮਿਨਿਸਟਰ ਮੋਦੀ ਦੀ ਇਸ ਫੇਰੀ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਦੇਖੋ ਸੋਢੀ ਸਾਹਿਬ, ਅਗਰ ਮੈਂ ਕਹਾਂ ਇਟਸ ਵਨ ਆਫ ਇਟਸ ਕਾਈਂਡ, ਐਂਡ ਤੁਸੀਂ ਬਿਲਕੁਲ ਸਹੀ ਕਿਹਾ, ਪਿਛਲੇ 20 ਸਾਲ 'ਚ ਮੈਂ ਇਸ ਰਿਲੇਸ਼ਨਸ਼ਿਪ ਨਾਲ ਜੁੜਿਆ ਹੋਇਆ ਔਰ ਬਿਲਕੁਲ ਫੈਕਚੁਅਲ ਐਸਪੈਕਟਸ ਤੁਹਾਡੇ ਸਾਹਮਣੇ ਮੈਂ ਰੱਖਾਂਗਾ। ਪਹਿਲੀ ਗੱਲ ਹੈ ਕਿ ਇਹ ਸਟੇਟ ਵਿਜ਼ਿਟ ਸੀਗੀ ਔਰ ਸਟੇਟ ਵਿਜ਼ਿਟ ਇਹ ਸਿਰਫ ਇੰਡੀਪੈਂਡੈਂਟ ਇੰਡੀਆ ਦੀ ਹਿਸਟਰੀ 'ਚ 3rd ਸਟੇਟ ਵਿਜ਼ਿਟ ਸੀ। ਇਹ ਰਿਕਾਰਡ ਦੀ ਗੱਲ, ਇਹ ਕੋਈ ਪਰਸਨਲ ਗੱਲ ਨਹੀਂ ਹੈਗੀ, ਕੋਈ ਵੀ ਚੈੱਕ ਕਰ ਸਕਦਾ। ਦੂਸਰਾ, ਜਿਹੜੀ ਇੰਥੂਜ਼ੀਆਸਟਿਕ ਪਾਰਟਿਸਿਪੇਸ਼ਨ ਸਾਡੇ ਡਾਇਸਪੋਰਾ ਦੀ ਹੋਈ ਅਰਾਈਵਲ ਸੈਰੇਮਨੀ 'ਚ, ਵਾਈਟ ਹਾਊਸ ਸੈਰੇਮੋਨੀਅਲ ਅਰਾਈਵਲ ਸੀਗਾ, ਉਹ ਟੀਵੀ ਵਗੈਰਾ 'ਚ ਤੁਸੀਂ ਸਾਰਿਆਂ ਨੇ ਦੇਖਿਆ ਜੀ। ਆਲਮੋਸਟ 8000 ਲੋਕ ਵਾਈਟ ਹਾਊਸ 'ਚ ਉਹਨਾਂ ਨੇ ਇਨਵਾਈਟ ਕੀਤੇ। ਇਹ ਅਨਪ੍ਰੈਸੀਡੈਂਟਡ ਸੀਗਾ। ਸਾਡੀ ਕਮਿਊਨਿਟੀ ਪਹਿਲੇ ਇੰਨੇ ਨੰਬਰ 'ਚ ਇਨਵਾਈਟ ਨਹੀਂ ਹੋਈ ਔਰ ਉਹਨਾਂ ਨੇ ਬੜੇ ਇੰਥੂਜ਼ੀਆਸਟਿਕਲੀ ਭਾਰਤ ਨੂੰ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਜਿਹੜੀ ਆਨਰ ਦਿੱਤੀ ਜਾ ਰਹੀ ਸੀ ਉਹ ਉਹਨਾਂ ਨੇ ਖੁਦ ਦੇਖੀ ਜੀ। ਤੀਸਰਾ, ਤੁਸੀਂ ਹਿਸਟੋਰਿਕ ਜੁਆਇੰਟ ਐਡਰੈਸ ਕਾਂਗਰਸ ਦਾ ਦੇਖਿਆ ਹੈ, ਉਹਦੇ 'ਚ ਕੀ ਐਕਸਾਈਟਮੈਂਟ ਸੀ ਤੇ ਉਹਦੇ ਬਾਅਦ ਮੈਂਬਰਸ ਨੇ ਕਿੰਨੇ ਜੋਸ਼ ਨਾਲ ਪ੍ਰਾਈਮ ਮਿਨਿਸਟਰ ਨਾਲ ਇੰਟਰੈਕਟ ਕੀਤਾ। ਉਹਨਾਂ ਨੇ ਆਟੋਗ੍ਰਾਫਸ ਵੀ ਲਏ, ਇਨਕਲੂਡਿੰਗ ਸਪੀਕਰ। ਹੁਣ ਜਿਹੜੀ ਯੂਨਾਈਟਿਡ ਸਟੇਟਸ ਦੀ ਕਾਂਗਰਸ ਹੈਗੀ ਹੈ, ਸਾਰੀ ਦੁਨੀਆ ਦੀ ਅਟੈਂਸ਼ਨ ਇਹਦੇ ਤੇ ਰਹਿੰਦੀ ਹੈ, ਸੋ ਇਹਨੂੰ ਅਸੀਂ ਕਿਸੇ ਤਰ੍ਹਾਂ ਮਿਨੀਮਾਈਜ਼ ਨਹੀਂ ਕਰ ਸਕਦੇ। ਔਰ ਪ੍ਰਧਾਨ ਮੰਤਰੀ ਜੀ ਓਨਲੀ ਇੰਡੀਅਨ ਲੀਡਰ ਸੀਗੇ ਜਿਨ੍ਹਾਂ ਨੇ 2 ਵਾਰੀ US ਕਾਂਗਰਸ ਨੂੰ ਐਡਰੈਸ ਕੀਤਾ, ਪਹਿਲੀ ਵਾਰੀ 2016 ਤੇ ਦੂਜੀ ਵਾਰੀ ਐਰਕਾ। ਤੀਸਰਾ, ਸਕਿਲਿੰਗ ਈਵੈਂਟ ਤੁਸੀਂ ਦੇਖਿਆ ਜਿਹਦੇ 'ਚ ਫਸਟ ਲੇਡੀ ਜਿਲ ਬਾਈਡਨ ਨੇ ਪਾਰਟਿਸਿਪੇਟ ਕੀਤਾ। ਇਹਦੇ 'ਚ ਪੀਪਲ ਟੱਚ ਸੀਗਾ। ਜਦੋਂ ਵੀ ਅਸੀਂ ਇਹਦੇ ਬਾਰੇ ਗੱਲ ਕਰਾਂਗੇ, ਇਹ ਜਿਹੜਾ ਸਕਿਲਿੰਗ ਈਵੈਂਟ ਹੈ ਇਹ ਲੋਕਾਂ ਨੂੰ, ਆਮ ਲੋਕਾਂ ਨੂੰ ਟੱਚ ਕਰਦਾ ਹੈ ਔਰ ਇਹਦੇ 'ਚ ਖਾਸ ਤੌਰ ਤੇ 2 ਇੰਡੀਅਨਸ ਨੇ ਪਾਰਟਿਸਿਪੇਟ ਕੀਤਾ। ਇੱਕ ਬੱਚੀ ਸੀਗੀ
ਜਿਹੜੀ ਟੈਕਨੋਲੋਜੀ ਬਲਾਈਂਡ ਨੂੰ ਕਿਸ ਤਰ੍ਹਾਂ ਹੈਲਪ ਕਰਦੀ ਹੈ ਉਹਦੇ ਤੇ ਕੰਮ ਕਰ ਰਹੀ ਹੈ। ਦੂਸਰਾ ਇੱਕ ਲੜਕਾ ਸੀਗਾ, ਉਹ ਫਿਸ਼ਰਮੈਨ ਕਮਿਊਨਿਟੀ ਨੂੰ ਟੈਕਨੋਲੋਜੀ ਕਿਸ ਤਰ੍ਹਾਂ ਹੈਲਪ ਕਰ ਰਿਹਾ ਹੈ ਸਾਡੇ ਕੋਸਟਲ ਏਰੀਆ 'ਚ, ਉਹ ਜਿਹੀਆਂ ਚੀਜ਼ਾਂ 'ਚ ਦੇਖੋ ਉਹ ਇਨਵੋਲਵ ਸੀਗੇ। ਤੇ ਤੁਸੀਂ ਇੰਸਪੀਰੇਸ਼ਨਲ ਸਪੀਚ ਪ੍ਰਧਾਨ ਮੰਤਰੀ ਜੀ ਦੀ ਕੈਨੇਡੀ ਸੈਂਟਰ 'ਚ ਵੀ ਦੇਖੀ, ਜਿੱਥੇ ਇੱਕ ਮਤਲਬ 1100 ਤੋਂ ਜ਼ਿਆਦਾ ਟੌਪ ਪ੍ਰੋਫੈਸ਼ਨਲਸ, ਪੋਲੀਟੀਕਲ, ਐਡਮਿਨਿਸਟ੍ਰੇਸ਼ਨ, ਇੰਡਸਟਰੀਜ਼, CEO, ਥਿੰਕ ਟੈਂਕਸ, ਅਕੈਡਮਿਕਸ, ਇਹ ਸਾਰੇ ਉੱਥੇ ਸੀ। ਫਿਰ ਤੁਸੀਂ ਟੈਕਨੋਲੋਜੀ ਹੈਂਡਸ਼ੇਕ ਵੀ ਦੇਖਿਆ 23rd ਨੂੰ, ਜਿਹਦੇ 'ਚ ਇੰਡੀਆ ਦੇ ਤੇ US ਦੇ ਟੌਪ CEOs, ਮਤਲਬ ਐਪਲ ਦਾ CEO, ਗੂਗਲ ਦਾ CEO, ਮਾਈਕਰੋਸਾਫਟ ਦਾ, ਇਹ ਆਮ ਕੰਪਨੀਆਂ ਨਹੀਂ ਹੈਗੀਆਂ ਸੋਢੀ ਸਾਹਿਬ। ਇਹਦੇ 'ਚ ਤਾਂ ਕੋਈ ਵੀ ਬੱਚਾ ਵੀ ਆ ਜਾਣਦਾ ਹੈ ਕਿ ਇਹਦੀ ਕੀ ਇੰਪੋਰਟੈਂਸ ਹੈ। ਫਾਈਨਲੀ ਪਰਸਨਲ ਕੈਮਿਸਟਰੀ ਤੇ ਰੈਪੋ ਜਿਹੜੀ ਪ੍ਰਧਾਨ ਮੰਤਰੀ ਜੀ ਦੀ ਔਰ ਪ੍ਰੈਜ਼ੀਡੈਂਟ ਬਾਈਡਨ ਦੀ ਸੀਗੀ, ਉਹ ਬਿਲਕੁਲ ਸਭ ਨੇ ਦੇਖੀ ਹੈ, ਟੈਲੀਵਿਜ਼ਨ 'ਚ ਦੇਖੀ ਹੈ, ਮੈਂ ਉਹਨੂੰ ਓਵਰਸਟੇਟ ਨਹੀਂ ਕਰਾਂਗਾ। ਲੇਕਿਨ ਇਹ ਜ਼ਰੂਰ ਤੁਸੀਂ ਯਾਦ ਰੱਖੋ ਕਿ 3 ਦਿਨ ਪ੍ਰਧਾਨ ਮੰਤਰੀ ਜੀ ਵਾਸ਼ਿੰਗਟਨ DC ਸੀਗੇ। 3 ਦਿਨ ਉਹਨਾਂ ਨੂੰ ਰਾਸ਼ਟਰਪਤੀ ਬਾਈਡਨ ਨੇ ਵਾਈਟ ਹਾਊਸ 'ਚ ਰਿਸੀਵ ਕੀਤਾ ਔਰ ਹਰ ਮੀਟਿੰਗ ਸਬਸਟੈਂਸ਼ੀਅਲ ਸੀਗੀ। ਜਿੰਨੇ ਰਿਸਰਚ ਵਾਲੇ ਬੈਠੇ ਹੈਗੇ ਨੇ ਉਹਨਾਂ ਨੂੰ ਕਦੀ ਵੀ ਉਹ ਚੈੱਕ ਕਰ ਲੈਣ, ਹਿਸਟੋਰੀਕਲੀ ਚੈੱਕ ਕਰ ਲੈਣ ਕਿ 3 ਦਿਨ ਕਿਹੜਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਯੂਨਾਈਟਿਡ ਸਟੇਟਸ 'ਚ ਰਿਹਾ ਹੈ, ਔਰ 3 ਦਿਨ ਹੀ ਉਹਨੂੰ ਯੂਨਾਈਟਿਡ ਸਟੇਟ ਦਾ ਰਾਸ਼ਟਰਪਤੀ ਵਾਈਟ ਹਾਊਸ ਦੇ ਵਿੱਚ ਮਿਲੇ। ਸੋ ਕਹਿਣ ਦਾ ਇਹ ਮਕਸਦ ਹੈ ਕਿ ਜਿਹੜਾ ਸੈਰੀਮੋਨੀਅਲ ਤੇ ਸਬਸਟੈਂਸ਼ੀਅਲ ਪਾਰਟ ਦੋਵੇਂ ਹੀ ਬਹੁਤ ਸੋਲਿਡ ਸੀਗੇ, ਔਰ ਇਹ ਭਾਰਤ ਨੂੰ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਰਿਸਪੈਕਟ ਸੀ। ਜੀ ਸੰਧੂ ਸਾਹਿਬ, ਮੇਰਾ ਅਗਲਾ ਸਵਾਲ ਇਸੇ ਨਾਲ ਸੰਬੰਧਿਤ ਹੈ। ਤੁਸੀਂ ਸ਼ਾਨਦਾਰ ਵੈਲਕਮ ਦੀ ਗੱਲ ਕੀਤੀ ਹੈ, ਰਿਕਾਰਡ ਦੀ ਵੀ ਗੱਲ ਕੀਤੀ, ਹਿਸਟਰੀ ਦੀ ਗੱਲ ਕੀਤੀ ਹੈ। ਸੰਧੂ ਸਾਹਿਬ, ਇਸ ਮੁਹੱਬਤ ਨੂੰ, ਅਮਰੀਕਾ ਦੀ ਨੂੰ ਤੁਸੀਂ ਭਾਰਤ ਦੇ ਨਾਲ ਕਿਵੇਂ ਵੇਖਦੇ ਹੋ, ਜਾਂ ਫਿਰ ਮੈਂ ਸੌਖੇ ਸ਼ਬਦਾਂ 'ਚ ਕਹਾਂ ਤਾਂ ਇਸ ਰਿਸ਼ਤੇ ਨੂੰ ਕੀ ਨਾਮ ਦਿੱਤਾ ਜਾਵੇ? ਇਹ ਬੜਾ ਸਿੱਧਾ ਨਾਂ ਹੈਗਾ। ਆਪਾਂ ਸੋਢੀ ਸਾਹਿਬ ਇਹਦੇ 'ਚ ਕੋਈ ਕੰਪਲਿਕੇਸ਼ਨਸ ਔਰ ਜਿਸ ਤਰ੍ਹਾਂ ਦੀਆਂ ਕਈ ਵਾਰੀ ਸਾਡੇ ਐਕਸਪਰਟਸ ਸਪਿਨ ਕਰਦੇ ਨੇ, ਇਹ ਰਿਸ਼ਤੇ ਨੂੰ ਹੀ ਪਾਰਟਨਰਸ਼ਿਪ ਕਹਿ ਰਹੇ ਨੇ, ਔਰ ਪਾਰਟਨਰਸ਼ਿਪ 'ਚ ਦੋਵਾਂ ਦਾ ਕੰਬੀਨੇਸ਼ਨ ਹੁੰਦਾ ਹੈ। ਇਹ ਜਿਹੜੀ ਪਾਰਟਨਰਸ਼ਿਪ ਹੈ ਇਹ ਭਾਰਤ ਤੇ ਅਮਰੀਕਾ 'ਚ ਦੋਵਾਂ ਦੇ ਹੱਥ 'ਚ ਹੈਗੀ ਹੈ ਜੀ। ਇਹ ਜਦੋਂ ਪ੍ਰਾਈਮ ਮਿਨਿਸਟਰ ਜੀ ਕਹਿੰਦੇ ਨੇ ਕਿ ਗਲੋਬਲ ਗੁੱਡ ਲਈ ਹੈਗੀ ਹੈ, ਉਹਦਾ ਇੱਕ ਪਰਪਸ ਹੈਗਾ, ਉਹਦਾ ਇੱਕ ਮੀਨਿੰਗ ਹੈਗਾ। ਤੁਸੀਂ ਕੋਈ ਵੀ ਏਰੀਆਸ 'ਚ ਦੇਖੋਗੇ, ਸਪੈਸ਼ਲੀ ਹੈਲਥ ਕੇਅਰ 'ਚ, ਤੁਹਾਨੂੰ ਸ਼ਾਇਦ ਨਹੀਂ ਪਤਾ ਹੋਵੇ ਕਿ ਯੂਨਾਈਟਿਡ ਸਟੇਟਸ ਔਰ ਇੰਡੀਆ ਦੀ ਪਾਰਟਨਰਸ਼ਿਪ, 2 ਵੈਕਸੀਨਸ ਮੈਂ ਐਗਜ਼ਾਮਪਲ ਦੇਣਾ, ਇੱਕ ਰੋਟਾ ਵਾਇਰਸ, ਇੱਕ ਕੋਰਬਾਵੈਕਸ ਜਿਹੜਾ ਕੋਵਿਡ ਦਾ ਵੈਕਸੀਨ ਸੀਗਾ, ਦੋਵਾਂ ਦੀ ਕਾਸਟ $100 ਔਰ $60 ਤੋਂ $1 'ਚ ਪਹੁੰਚ ਗਈ ਜਦੋਂ ਇਹ US ਟੈਕਨੋਲੋਜੀ ਇੰਡੀਆ ਦੀ ਕੰਪਨੀਆਂ ਨੇ ਬਲਕ ਮੈਨੂਫੈਕਚਰਿੰਗ ਕੀਤੀ। ਇਸ ਤਰ੍ਹਾਂ ਦੇ ਕਈ ਮੈਂ ਤੁਹਾਨੂੰ ਐਗਜ਼ਾਮਪਲ ਦੇ ਸਕਦਾ ਜੀ। ਮੇਰਾ ਅਗਲਾ ਸਵਾਲ ਇਸੇ ਨਾਲ ਸੰਬੰਧਿਤ ਸਪਲੀਮੈਂਟਰੀ ਹੈ ਸੰਧੂ ਸਾਹਿਬ, ਕਿ ਅਮਰੀਕਾ ਭਾਰਤ ਨੂੰ ਕਿਤੇ ਇੱਕ ਮੰਡੀ ਦੇ ਰੂਪ 'ਚ ਤਾਂ ਨਹੀਂ ਵੇਖ ਰਿਹਾ, ਜਾਂ ਫਿਰ ਵਾਕਈ ਕਹਿ ਲਓ ਕਿ ਇਹ ਦਿਲੀ ਮੁਹੱਬਤ ਹੈਗੀ ਹੈ? ਦੇਖੋ ਇਹਦੇ 'ਚ ਸੋਢੀ ਸਾਹਿਬ ਅਗੇਨ ਆਪਾਂ ਫੈਕਟਸ ਨਾਲ ਗੱਲ ਕਰਾਂਗੇ। ਤੁਸੀਂ ਸਪੈਸੀਫਿਕਲੀ ਕਹਿ ਰਹੇ ਹੋ ਕਿ ਭਾਈ ਕਿਸੇ ਤਰ੍ਹਾਂ ਉਹ ਅਲਾਈ ਦੀ ਤਰ੍ਹਾਂ ਤਾਂ ਨਹੀਂ ਦੇਖ ਰਿਹਾ ਹੈ। ਜੀ ਬਿਲਕੁਲ। ਬੜੀ ਕਲੀਅਰਲੀ ਅਗਰ ਤੁਸੀਂ ਪ੍ਰੈਜ਼ੀਡੈਂਟ ਬਾਈਡਨ ਦੀ ਸਟੇਟਮੈਂਟ ਦੇਖੋਗੇ, ਅਗਰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੁਲੇਵਨ ਦੀ ਸਟੇਟਮੈਂਟ ਦੇਖੋਗੇ, ਬੜੀ ਕਲੀਅਰਲੀ ਉਹਨਾਂ ਨੇ ਅੰਡਰਲਾਈਨ ਕੀਤਾ ਹੈ ਕਿ ਪਾਰਟਨਰਸ਼ਿਪ ਹੈਗੀ ਹੈ। ਐਂਡ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਪਾਰਟਨਰਸ਼ਿਪ ਦੋਵਾਂ ਨੂੰ ਬੈਨੀਫਿਟ ਕਰਦੀ ਹੈ, ਔਰ ਕੋਈ ਇਹਦੇ 'ਚ ਇਲੂਜ਼ਨ ਨਹੀਂ ਹੈਗਾ। ਮੈਂ ਤੁਹਾਨੂੰ ਅਗਰ ਮੈਨੂੰ 2 ਮਿੰਟ ਦਿਓ ਤਾਂ ਮੈਂ ਸਬਸਟੈਂਸ਼ੀਅਲ ਡਿਲੀਵਰੀਜ਼ ਬਾਰੇ ਗੱਲ ਕਰਨਾ ਚਾਹੁੰਦਾ ਹਾਂ ਜੀ, ਕਿਉਂਕਿ ਦਰਸ਼ਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੰਟੈਂਟ ਵੀ ਸੀਗਾ ਇਸ ਵਿਜ਼ਿਟ 'ਚ, ਇਹ ਸਿਰਫ ਸੈਰੇਮੋਨੀਅਲ ਨਹੀਂ ਸੀਗੀ। ਅਗਰ ਅਸੀਂ ਡਿਫੈਂਸ 'ਚ ਦੇਖੀਏ ਤੇ G ਇੰਜਨਸ ਦੇ ਬਾਰੇ, ਜਿਹੜੇ ਇੱਕ ਟੌਪ ਆਫ ਦਾ ਲਾਈਨ ਬੈਸਟ ਟੈਕਨੋਲੋਜੀ ਹਿੰਦੁਸਤਾਨ ਨਾਲ ਸ਼ੇਅਰ ਹੋ ਰਹੀ ਹੈ, ਔਰ ਇੱਕ MOU HAL ਨਾਲ ਸਾਈਨ ਕੀਤਾ ਹੈ। ਦੂਸਰਾ ਆਪਾਂ ਟੈਕਨੋਲੋਜੀ ਔਰ ਆਈਸੈਟ ਦੀ ਗੱਲ ਕੀਤੀ ਹੈ। ਤੁਸੀਂ ਜਿਹੜਾ ਜੁਆਇੰਟ ਸਟੇਟਮੈਂਟ ਸੀਗੀ ਉਹਦੇ ਦੇਖੋ ਵਰਲਡ ਦੀਆਂ ਟੌਪ ਕੰਪਨੀਜ਼, ਮਾਈਕਰੋਨ, ਲੈਮ ਰਿਸਰਚ, ਅਪਲਾਈਡ ਮਟੀਰੀਅਲਸ, ਗੂਗਲ ਕਰ ਲਓ, ਤੁਹਾਨੂੰ ਬਿਲਕੁਲ ਸਮਝ ਆ ਜਾਏਗਾ। ਇਹ ਤਿੰਨੋਂ ਹੀ ਇੰਡੀਆ 'ਚ ਇਨਵੈਸਟ ਕਰ ਰਹੀਆਂ ਨੇ। ਫਿਰ
ਤੁਸੀਂ ਦੇਖਿਆ ਕਿ ਸੈਮੀ ਕੰਡਕਟਰ ਸਪਲਾਈ ਚੇਨ ਤੇ ਇਨੋਵੇਸ਼ਨ ਦੀ ਪਾਰਟਨਰਸ਼ਿਪ ਤੇ ਇੱਕ MOU ਹੋਇਆ। ਮਿਨਰਲ ਸਿਕਿਉਰਿਟੀ ਪਾਰਟਨਰਸ਼ਿਪ, ਮਿਨਰਲਸ ਅੱਜ ਵਰਲਡ ਦੇ ਬੜੇ ਇੰਪੋਰਟੈਂਟ ਐਸਪੈਕਟ ਨੇ। ਯੂਨਾਈਟਿਡ ਸਟੇਟਸ ਨੇ ਇੰਡੀਆ ਨਾਲ ਇਹਦੇ ਤੇ ਪਾਰਟਨਰਸ਼ਿਪ ਤੇ ਇੱਕ ਅਗਰੀਮੈਂਟ ਸਾਈਨ ਕੀਤਾ। 5G 6G R&D RAN ਕੁਆਂਟਮ AI ਸਭ ਦੇ ਬਾਰੇ ਅਗਰੀਮੈਂਟ ਸਾਈਨ ਹੋਏ ਨੇ ਔਰ ਜੁਆਇੰਟ ਸਟੇਟਮੈਂਟ ਚ ਹੈਗੇ ਨੇ, ਸਪੈਸੀਫਿਕ ਅਗਰੀਮੈਂਟਸ ਨੇ। ਅਗਰ ਅਸੀਂ ਸਪੇਸ ਦੀ ਗੱਲ ਕਰੀਏ ਤੇ ਆਰਟੇਮਿਸ ਅਕਾਰਡ ਸਾਈਨ ਹੋਇਆ ਜੀ। ਹਿਊਮਨ ਸਪੇਸ ਫਲਾਈਟ ਕੋਆਪਰੇਸ਼ਨ ਦੋਵੇਂ ਕੰਟਰੀਜ਼ ਕਰਨਗੀਆਂ। ਨਾਸਾ ਸਾਡੇ ਐਸਟਰੋਨੌਟਸ ਨੂੰ ਐਡਵਾਂਸ ਟ੍ਰੇਨਿੰਗ ਦੇਗੀ ਔਰ ਇੱਕ ਜੁਆਇੰਟ ਮਿਸ਼ਨ ਯੂਨਾਈਟਿਡ ਸਟੇਟਸ ਔਰ ਇੰਡੀਆ ਦੀ ਇੰਟਰਨੈਸ਼ਨਲ ਸਪੇਸ ਸਟੇਸ਼ਨ ਨੂੰ 2024 ਚ ਜਾਏਗੀ। ਦੇਖੋ ਇਹ ਕੰਬੀਨੇਸ਼ਨ ਚ ਇੰਡੀਆ ਵੀ ਬਹੁਤ ਗੇਨ ਕਰ ਰਿਹਾ ਹੈ। ਜਿਹੜੀ ਇਹ ਟੈਕਨੋਲੋਜੀ ਹੈ, ਸਭ ਨੂੰ ਪਤਾ ਹੈ ਕਿ ਯੂਨਾਈਟਿਡ ਸਟੇਟਸ ਇੱਕ ਟੈਕਨੋਲੋਜੀ ਸੁਪਰ ਪਾਵਰ ਹੈ ਜੀ। ਸਾਰਿਆਂ ਦੇ ਰਿਸ਼ਤੇਦਾਰ, ਪੰਜਾਬ 'ਚ ਕਿੰਨੇ ਲੋਕਾਂ ਦੇ ਰਿਸ਼ਤੇਦਾਰ ਇੱਥੇ ਪੜ੍ਹਦੇ ਨੇ। 200,000 ਇੰਡੀਅਨ ਸਟੂਡੈਂਟਸ ਨੇ ਸੋਢੀ ਸਾਹਿਬ, ਜਿਨ੍ਹਾਂ 'ਚ 2/3 STEM ਏਰੀਆਸ ਮਤਲਬ ਸਾਇੰਸ ਐਂਡ ਟੈਕਨੋਲੋਜੀ ਪੜ੍ਹਦੇ ਨੇ। ਸੋ ਇਸ ਕਰਕੇ ਇਹਦੇ 'ਚ ਜ਼ਿਆਦਾ ਐਲੈਬੋਰੇਟ ਕਰਨਾ ਜ਼ਰੂਰੀ ਨਹੀਂ ਹੈ ਜੀ। ਇੱਕ ਹੋਰ ਮੈਂ ਤੁਹਾਨੂੰ ਪਹਿਲੂ ਦੱਸਣਾ ਚਾਹੁੰਦਾ ਹਾਂ ਕਿ એનર્ਜੀ 'ਚ ਅਸੀਂ ਇੰਨੀ ਗੱਲ ਕਰਦੇ ਹਾਂ, ਹਾਈਡਰੋਜਨ ਮਿਸ਼ਨ, ਸੋਲਰ, ਬੈਟਰੀ ਟੈਕਨੋਲੋਜੀ, ਵਿੰਡ, ਜਿਹੜੀ ਇੰਡੀਅਨ ਰੇਲਵੇਜ਼ ਨੈਟ ਜ਼ੀਰੋ ਜਾਏਗੀ, ਉਹ ਸਾਰਿਆਂ 'ਚ ਯੂਨਾਈਟਿਡ ਸਟੇਟਸ ਇੰਡੀਆ ਦੀ ਪਾਰਟਨਰਸ਼ਿਪ ਜੁਆਇੰਟ ਸਟੇਟਮੈਂਟ 'ਚ ਬੜੀ ਕਲੀਅਰਲੀ ਸਟੇਟਡ ਹੈ। ਔਰ ਐਜੂਕੇਸ਼ਨ, ਜਿਹਦੇ ਤੇ ਆਈ ਐਮ ਸ਼ੋਰ ਇੱਕ ਓਪਰਚੁਨਿਟੀ ਬਾਅਦ 'ਚ ਮਿਲੇਗੀ, ਲੇਕਿਨ ਐਜੂਕੇਸ਼ਨ ਅੱਜ ਇੱਕ ਬੜਾ ਇੰਪੋਰਟੈਂਟ ਏਰੀਆ ਹੈ ਕਿਉਂਕਿ ਇੰਡੀਆ 'ਚ ਯੰਗ ਪੋਪੂਲੇਸ਼ਨ ਹੈਗੀ ਹੈ, ਉਹਨੂੰ ਅਪਰੋਪਰੀਏਟ ਸਕਿਲਿੰਗ ਦੀ ਜ਼ਰੂਰਤ ਹੈ। ਇੱਕ ਜੁਆਇੰਟ ਟਾਸਕ ਫੋਰਸ ਬਣੀ ਹੈ ਜਿਹਦੇ 'ਚ ਐਸੋਸੀਏਸ਼ਨ ਆਫ ਅਮਰੀਕਨ ਯੂਨੀਵਰਸਿਟੀਜ਼ ਤੇ ਲੀਡਿੰਗ ਇੰਡੀਅਨ ਐਜੂਕੇਸ਼ਨਲ ਇੰਸਟੀਟਿਊਸ਼ਨਸ ਇੰਕਲੂਡਿੰਗ IITs ਉਹ ਇਕੱਠੇ ਹੋ ਕੇ ਕੋਲੈਬੋਰੇਟ ਕਰਨਗੇ। ਇਸ ਤਰ੍ਹਾਂ ਹੈਲਥ ਕੇਅਰ 'ਚ, ਹੋਰ ਟ੍ਰੇਡ ਐਂਡ ਕਾਮਰਸ 'ਚ 6 ਆਊਟਸਟੈਂਡਿੰਗ WTO ਡਿਸਪਿਊਟਸ ਰਿਜ਼ੋਲਵ ਹੋਈਆਂ ਨੇ। ਔਰ ਸੋਢੀ ਸਾਹਿਬ, US ਇੰਡੀਆ CEO ਫੋਰਮ ਨੇ ਅਨਾਉਂਸ ਕੀਤਾ ਹੈ ਕਿ 250,000 EMPLOYEES ਦੀ ਅਪਸਕਿਲਿੰਗ ਕਰਨਗੇ ਜੀ। ਸੋ ਇਹੋ ਜਿਹੀਆਂ ਕਈ ਚੀਜ਼ਾਂ ਮੈਂ ਤੁਹਾਨੂੰ ਦੱਸ ਸਕਦਾ ਹਾਂ। ਸਬਸਟੈਂਸ਼ਲੀ ਬੜਾ ਕੁਛ ਹੈ ਜਿਹਦੇ 'ਚ ਸਾਡੇ ਸਿਟੀਜ਼ਨਸ ਔਰ ਸਾਡੇ ਭਰਾ ਭੈਣ ਗੇਨ ਕਰਨਗੇ। ਸੰਧੂ ਸਾਹਿਬ, ਬੇਸ਼ੱਕ ਭਾਰਤ ਦਾ ਜੋ ਹਿੱਸੇ ਆਵੇਗਾ ਉਹ ਸਭ ਦਾ ਸਾਂਝਾ ਹੈ, ਪਰ ਤੁਸੀਂ ਵੀ ਸਿਰ ਤੇ ਦਸਤਾਰ ਬੰਨੀ ਹੈ, ਮੈਂ ਵੀ ਬੰਨੀ ਹੈ, ਤੁਸੀਂ ਲੁਧਿਆਣੇ ਦੇ ਜੰਮਪਲ ਹੋ ਤੇ ਤੁਹਾਡਾ ਪੰਜਾਬ ਦਾ ਬੜਾ ਪ੍ਰਮੁੱਖ ਪਰਿਵਾਰ ਹੈ। ਤੇ ਮੈਂ ਪੰਜਾਬ ਦੇ ਹਵਾਲੇ ਤੋਂ ਸਵਾਲ ਕਰਨਾ ਚਾਹੂੰਗਾ, ਪੰਜਾਬ ਦੇ ਲਈ ਇਹਨਾਂ ਸਮਝੌਤਿਆਂ ਦੇ ਵਿੱਚ ਕੀ ਕੁਝ ਖਾਸ ਹੈ, ਕੋਈ ਸਪੈਸੀਫਿਕ ਚੀਜ਼ ਹੈਗੀ ਹੈ? ਦੇਖੋ, ਬੜਾ ਤੁਸੀਂ ਇੰਟਰਸਟਿੰਗ ਔਰ ਅੱਛਾ ਸਵਾਲ ਕੀਤਾ ਹੈ ਔਰ ਬਿਲਕੁਲ ਤੁਹਾਡੀ ਗੱਲ ਸਹੀ ਹੈ। ਜਿਸ ਤਰ੍ਹਾਂ ਤੁਸੀਂ ਜੁੜੇ ਹੋ, ਮੈਂ ਵੀ ਜੁੜਿਆ ਹੋਇਆ, ਮੇਰਾ ਪਰਿਵਾਰ ਦਾ ਸੰਬੰਧ ਹੈ। ਮੈਂ ਅੰਮ੍ਰਿਤਸਰ ਨਾਲ ਬਹੁਤ ਲਗਾਓ ਹੈਗਾ ਹੈ। ਹਰ ਸਾਲ ਜੋ ਵੀ ਹੋ ਜਾਏ, ਆਪਣੇ ਫਾਦਰ ਸਾਹਿਬ ਕੋ ਇਹ ਸਿੱਖਿਆ ਹੈ ਕਿ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦੇ ਹਾਂ, ਕਿਉਂਕਿ ਉੱਥੋਂ ਜਿਹੜੀ ਬਲੇਸਿੰਗਸ ਮਿਲਦੀਆਂ ਨੇ ਉਹਦੇ ਨਾਲ ਹੀ ਬਾਕੀ ਚੀਜ਼ਾਂ ਅਚੀਵ ਹੁੰਦੀਆਂ ਹੈ। ਸੋ ਇਸ ਕਰਕੇ ਇਹ ਜਿਹੜਾ ਤੁਹਾਡਾ ਸਵਾਲ ਹੈ, ਬਿਲਕੁਲ ਜਿੱਥੇ ਇੰਡੀਆ ਗੇਨ ਕਰੇਗਾ ਉੱਥੇ ਪੰਜਾਬ ਵੀ ਗੇਨ ਕਰੇਗਾ। ਔਰ ਮੈਂ ਇਹ ਚੀਜ਼ ਪਿਛਲੇ ਸਾਲ ਜਦੋਂ ਮੈਂ ਪੰਜਾਬ 'ਚ ਆਇਆ ਸੀ, ਗਵਰਨਰ ਸਾਹਿਬ ਔਰ ਚੀਫ ਮਿਨਿਸਟਰ ਸਾਹਿਬ ਦੋਵਾਂ ਨਾਲ ਮੁਲਾਕਾਤ ਹੋਈ ਹੈ ਔਰ ਦੋਵਾਂ ਨੂੰ ਮੈਂ ਇਹ ਅੰਡਰਲਾਈਨ ਕੀਤਾ ਸੀ ਔਰ ਮੈਂ ਦੁਬਾਰਾ ਤੁਹਾਨੂੰ ਇਹਦੇ ਤੇ ਆਨਸਰ ਦੇਣਾ ਹੈ ਕਿ ਦੇਖੋ ਕਿ ਤੁਸੀਂ ਜਿਹੜੀ ਗੱਲ ਕਹੀ ਹੈ ਪੰਜਾਬ ਬਾਰੇ, ਕੋਈ ਵੀ ਪੱਖ ਲੈ ਲਓ। ਲੈਟ ਅਸ ਪਹਿਲਾਂ ਆਪਾਂ ਹੈਲਥ ਕੇਅਰ ਦਾ ਪੱਖ ਲੈਂਦੇ ਹਾਂ। ਹੈਲਥ ਕੇਅਰ 'ਚ ਇੰਨਾ ਫੋਕਸ ਹੈਗਾ, ਇਹ ਇੰਪੋਰਟੈਂਟ ਏਰੀਆ ਹੈ ਜਿਹਦੇ 'ਚ ਦੋਵੇਂ ਕੰਟਰੀਜ਼ ਕੋਲੈਬੋਰੇਟ ਕਰਨਗੀਆਂ। ਤੁਹਾਨੂੰ ਪਤਾ ਹੈ ਕਿ ਯੂਨਾਈਟਿਡ ਸਟੇਟਸ 'ਚ ਹੈਲਥ ਕੇਅਰ ਵਰਕਰਸ ਦੀ ਬਹੁਤ ਜ਼ਰੂਰਤ ਹੈ। ਇੱਥੋਂ ਦੀਆਂ ਕੰਪਨੀਜ਼ ਨੇ ਆਫਰ ਕੀਤਾ ਹੈ ਕਿ ਉਹ ਇੰਡੀਆ 'ਚ ਇਨਵੈਸਟਮੈਂਟ ਕਰਨ ਲਈ ਤਿਆਰ ਨੇ, ਜਿੱਥੇ ਐਡੀਸ਼ਨਲ ਫੈਸਿਲਿਟੀ 'ਚ ਇੰਡੀਆ ਦੇ ਹੈਲਥ ਕੇਅਰ ਵਰਕਰਸ ਟ੍ਰੇਨ ਹੋ ਕੇ ਇੱਥੇ 4-5 ਸਾਲ ਲਈ ਕੰਮ ਕਰ ਸਕਣ। ਤੁਹਾਨੂੰ ਪਤਾ ਹੈ ਪੰਜਾਬ 'ਚ ਹੈਲਥ ਕੇਅਰ ਇੰਸਟੀਟਿਊਸ਼ਨਸ ਹੈਗੀਆਂ ਨੇ। ਸੋ ਇੱਕ ਏਰੀਆ ਉਹ ਹੈ। ਦੂਸਰਾ, ਅਸੀਂ ਟੈਕਨੋਲੋਜੀ ਦਾ ਏਰੀਆ ਦੀ ਗੱਲ ਕਰੀਏ, ਹਾਈਟੈਕ ਦੀ ਗੱਲ ਕਰੀਏ, ਸੈਮੀ ਕੰਡਕਟਰਸ ਦੀ ਗੱਲ ਕਰੀਏ, ਤੁਹਾਨੂੰ ਪਤਾ ਹੈ ਸਭ ਤੋਂ ਪਹਿਲਾਂ ਇੰਸਟੀਟਿਊਸ਼ਨਲ ਸੈਟਅਪ ਸੈਮੀ ਕੰਡਕਟਰਸ ਦੀ ਮੋਹਾਲੀ 'ਚ ਐਸਟੈਬਲਿਸ਼ ਹੋਈ ਸੀ। ਸੋ ਇਹ ਜਿੰਨੇ ਏਰੀਆਜ਼ ਨੇ, ਟੈਕਨੋਲੋਜੀ, ਇਨੋਵੇਸ਼ਨ,
ਇਨਫਰਾਸਟ੍ਰਕਚਰ, ਜੀ ਕੁਆਂਟਮ, ਇਹ ਸਾਰੇ ਏਰੀਆਜ਼ 'ਚ ਪੰਜਾਬ 'ਚ ਵੀ ਓਪਰਚੁਨਿਟੀਜ਼ ਹੈਗੀਆਂ। ਡਿਫੈਂਸ ਇੰਡਸਟਰੀਜ਼ ਅਗੇਨ ਪੰਜਾਬ 'ਚ ਵੀ ਬਿਲਕੁਲ ਓਪਰਚੁਨਿਟੀਜ਼ ਹੋਣਗੀਆਂ। ਔਰ ਦੇਖੋ ਅਲਟੀਮੇਟਲੀ ਪ੍ਰਾਈਵੇਟ ਸੈਕਟਰ ਨੂੰ ਇਨਕਰੇਜ ਕਰਨਾ ਸਟੇਟ ਗਵਰਨਮੈਂਟਸ 'ਚ ਕੰਪੀਟੀਟਿਵ ਫੈਡਰਲਿਜ਼ਮ ਦਾ ਪਾਰਟ ਹੈ। ਐਂਡ ਆਈ ਐਮ ਸ਼ੋਰ ਜਿਹੜੇ ਪੰਜਾਬ ਵਾਲੇ ਇੰਚਾਰਜ ਨੇ ਉਹ ਇਹ ਰਿਸਪੌਂਸਿਬਿਲਿਟੀ ਸਮਝਦੇ ਨੇ ਜੀ। ਔਰ ਸਾਡੇ ਬੱਚਿਆਂ ਨੂੰ ਇਹ ਓਪਰਚੁਨਿਟੀ ਦੇਣਗੇ। ਜੀ। ਫਿਰ ਇੱਕ ਬੜੀ ਇੰਟਰਸਟਿੰਗ ਹੋਰ ਚੀਜ਼ ਇਸ ਅਗਰੀਮੈਂਟ 'ਚ ਹੈਗੀ ਹੈ। ਫਸਟ ਟਾਈਮ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਯੂਨਾਈਟਿਡ ਸਟੇਟਸ ਤੇ ਸਾਡੇ MSME ਵਾਲਿਆਂ 'ਚ ਅਗਰੀਮੈਂਟ ਹੋਇਆ, ਕਿਉਂਕਿ ਆਲਵੇਜ਼ ਵੱਡੀ ਇੰਡਸਟਰੀ ਦਾ ਇੱਕ ਦੂਜੇ ਨਾਲ ਇੰਟਰੈਕਸ਼ਨ ਹੋ ਜਾਂਦਾ ਹੈ, ਲੇਕਿਨ ਇਹ ਫਸਟ ਟਾਈਮ ਸਟਾਰਟਅਪਸ ਔਰ ਇਨੋਵੇਸ਼ਨ ਕਲਚਰ ਨੂੰ ਪ੍ਰਮੋਟ ਕਰੇਗਾ। ਦੇਖੋ ਪੰਜਾਬ 'ਚ ਵੀ ਇਹ ਕਲਚਰ ਹੈਗੀ ਹੈ। ਕੁਝ ਮਹੀਨੇ ਪਹਿਲਾਂ ਮੈਂ ਇੱਕ ਯੰਗ ਲੜਕੇ ਨੂੰ 28-29 ਸਾਲ ਦਾ ਹੈਗਾ, ਨਿਊਯਾਰਕ ਮਿਲਿਆ ਸੀਗਾ। ਉਹ ਪੰਜਾਬ ਨੂੰ ਬਿਲੋਂਗ ਕਰਦਾ, ਜਲੰਧਰ ਦਾ ਹੈਗਾ ਜੀ ਅੱਜ ਉਹ ਮਲਟੀ ਮਿਲੀਅਨਰ ਹੈਗਾ। ਉਹ ਸਾਈਬਰ ਸਿਕਿਉਰਿਟੀ ਫਰਮ ਹੈਡ ਕਰ ਰਿਹਾ ਹੈ, ਜਿਹਦੀ ਪ੍ਰੈਜ਼ੈਂਸ ਯੂਨਾਈਟਿਡ ਸਟੇਟਸ ਵੀ ਹੈਗੀ ਹੈ, ਇੰਡੀਆ 'ਚ ਵੀ ਹੈਗੀ ਹੈ। ਮੈਂ ਉਹ ਬੱਚੇ ਨੂੰ ਪੁੱਛਿਆ ਕਿ ਬਈ ਤੂੰ ਕਿੱਥੇ ਪੜ੍ਹਿਆ ਹੈ? ਮੈਂ ਸੋਚਿਆ ਕਿਤੇ ਕੋਲੰਬੀਆ ਕੋਈ ਟੌਪ ਯੂਨੀਵਰਸਿਟੀ 'ਚ ਪੜ੍ਹਿਆ ਹੋਏਗਾ। ਮੈਂ ਹੈਰਾਨ ਹੋ ਗਿਆ ਜਦੋਂ ਉਹਨੇ ਮੈਨੂੰ ਦੱਸਿਆ ਕਿ ਮੈਂ ਸਰ 9th ਕਲਾਸ ਡ੍ਰੌਪ ਆਊਟ ਹੈ ਜਲੰਧਰ ਤੋਂ। ਜੀ ਸੋ ਮੈਂ ਤੁਹਾਨੂੰ ਇਹੋ ਹੀ ਅੰਡਰਲਾਈਨ ਕਰਨਾ ਚਾਹੁੰਦਾ ਹੈ ਕਿ ਪੰਜਾਬ ਦੇ ਯੂਥ 'ਚ ਬੜੀ એનર્ਜੀ ਹੈ, ਜਿਸ ਤਰ੍ਹਾਂ ਇੰਡੀਆ ਦੇ ਯੂਥ 'ਚ ਹੈਗੀ ਹੈ। ਜੀ। ਸਾਨੂੰ ਸਿਰਫ ਉਹਨੂੰ ਗਾਈਡ ਕਰਨ ਦੀ ਲੋੜ ਹੈ ਕਿ ਉਹ ਜਿਹੜੀ એનર્ਜੀ ਹੈ, ਉਹ ਜਿਹੜੀ ਸਟਾਰਟਅਪ ਵਿਗਰ ਹੈ, ਉਹ ਪ੍ਰੋਡਕਟਿਵਲੀ ਯੂਜ਼ ਹੋਵੇ। ਐਂਡ ਲਾਸਟ ਚੀਜ਼ ਐਜੂਕੇਸ਼ਨ, ਜਿਹਦੇ ਬਾਰੇ ਮੈਂ ਬਹੁਤ ਪੈਸ਼ਨੇਟਲੀ ਇਨਵੋਲਵਡ ਰਿਹਾ ਹਾਂ। ਔਰ ਇੱਥੇ ਕਮ ਸੇ ਕਮ 180 ਯੂਨੀਵਰਸਿਟੀ ਦੇ ਚਾਂਸਲਰਸ ਔਰ ਪ੍ਰੈਜ਼ੀਡੈਂਟਸ ਨਾਲ ਗੱਲਬਾਤ ਕੀਤੀ ਹੈ। ਇੰਡੀਆ 'ਚ ਹੁਣ ਨਿਊ ਐਜੂਕੇਸ਼ਨ ਪਾਲਿਸੀ ਹੈ, ਉਹਦਾ ਐਡਵਾਂਟੇਜ ਪੰਜਾਬ ਦੀਆਂ ਯੂਨੀਵਰਸਿਟੀਜ਼ ਨੂੰ ਵੀ ਲੈਣ ਦੀ ਜ਼ਰੂਰਤ ਹੈ। ਦੇਖੋ ਪ੍ਰਾਈਵੇਟ ਯੂਨੀਵਰਸਿਟੀਜ਼ ਤਾਂ ਅੱਗੇ ਜਾ ਰਹੀਆਂ ਨੇ, ਲੇਕਿਨ ਇੱਥੇ ਬੜੀ ਸਕੋਪ ਹੈਗੀ ਹੈ ਕਿ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਤੁਹਾਨੂੰ ਪਤਾ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਐਸੋਸੀਏਸ਼ਨ ਓਹਾਇਓ ਸਟੇਟ ਯੂਨੀਵਰਸਿਟੀ 'ਚ ਦੇ ਨਾਲ ਸੀਗੀ। ਜਦੋਂ ਮੈਂ ਓਹਾਇਓ ਸਟੇਟ ਯੂਨੀਵਰਸਿਟੀ 'ਚ ਗਿਆ, ਉੱਥੇ ਦੇ ਟੌਪ ਐਗਰੀਕਲਚਰਲ ਸਾਇੰਟਿਸਟ ਜਿਨ੍ਹਾਂ ਦਾ ਨਾਮ ਡਾਕਟਰ ਰਤਨ ਲਾਲ ਹੈ, ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰੋਡਕਟ ਹੈਗੇ ਨੇ। ਲੇਕਿਨ ਇਹ ਐਸੋਸੀਏਸ਼ਨ ਜਿਹੜੀ ਹੈ ਇਹਨੂੰ ਦੁਬਾਰਾ ਰਿਸਟੋਰ ਕਰਨ ਦੀ ਜ਼ਰੂਰਤ ਹੈ। ਇਸ ਤਰ੍ਹਾਂ ਹੀ ਜਿਹੜੀ ਬਾਕੀ ਦੀਆਂ ਯੂਨੀਵਰਸਿਟੀਜ਼ ਨੇ ਔਰ ਸਪੈਸ਼ਲੀ ਟੈਕਨੋਲੋਜੀ ਏਰੀਆਜ਼ 'ਚ ਉਹਨਾਂ ਨੂੰ US ਦੀਆਂ ਡਿਫਰੈਂਟ ਯੂਨੀਵਰਸਿਟੀ ਦੇ ਨਾਲ ਇੰਟਰੈਕਸ਼ਨ ਕਰਨ ਦੀ ਜ਼ਰੂਰਤ ਹੈ। ਔਰ ਜਿਹੜੇ ਏਰੀਆਜ਼ ਅਸੀਂ ਦੱਸੇ ਨੇ ਉਹਨਾਂ ਸਾਰਿਆਂ 'ਚ ਬਹੁਤ ਸਕੋਪ ਹੈਗੀ ਹੈ। ਐਂਡ ਫਾਈਨਲੀ ਸਕਿੱਲ ਡਿਵੈਲਪਮੈਂਟ ਪੰਜਾਬ 'ਚ ਵੀ ਬਹੁਤ ਇੰਪੋਰਟੈਂਟ ਐਸਪੈਕਟ ਹੈ। ਜੀ ਸੰਧੂ ਸਾਹਿਬ, ਮੈਂ ਵਾਪਸੀ MOUs ਤੇ ਆਉਣਾ ਚਾਹੂੰਗਾ। ਇਹਨਾਂ ਦੀ ਕੋਈ ਸਮਾਂ ਸੀਮਾ ਤੈਅ ਹੋਈ ਹੈ ਕਿ ਕਦੋਂ ਤੱਕ ਇਹਨਾਂ ਨੂੰ ਲਾਗੂ ਕੀਤਾ ਜਾਣਾ? ਬਿਲਕੁਲ, ਤੁਸੀਂ ਅਗਰ ਦੇਖੋਗੇ ਜੁਆਇੰਟ ਸਟੇਟਮੈਂਟ 'ਚ ਬੜਾ ਕਲੀਅਰਲੀ ਇੰਡੀਕੇਟ ਕਰਦਾ ਹੈ। ਔਰ ਸਭ ਤੋਂ ਇੰਪੋਰਟੈਂਟ ਚੀਜ਼ ਸੋਢੀ ਸਾਹਿਬ ਇਸ ਵਿਜ਼ਿਟ ਦੀ ਔਰ ਆਊਟਕਮਸ ਦੀ ਇਹ ਹੈ ਕਿ ਗਵਰਨਮੈਂਟ, ਪ੍ਰਾਈਵੇਟ ਸੈਕਟਰ ਔਰ ਅਕੈਡਮਿਕਸ ਇਹ ਤਿੰਨੋਂ ਫਸਟ ਟਾਈਮ ਕੰਬਾਈਨ ਕਰ ਰਹੇ ਨੇ। ਜਿਹੜਾ ਅਸੀਂ ਆਈਸੈਟ ਦਾ ਗੱਲ ਕਰਦੇ ਹਾਂ, ਕ੍ਰਿਟੀਕਲ ਐਂਡ ਇਮਰਜਿੰਗ ਟੈਕਨੋਲੋਜੀਜ਼ ਦਾ ਜਿਹੜਾ ਅਗਰੀਮੈਂਟ ਹੋਇਆ ਹੈ, ਉਹਦੇ 'ਚ ਇਹ ਤਿੰਨੋਂ ਇਨਵੋਲਵਡ ਨੇ। ਤੁਸੀਂ ਦੇਖਿਆ ਕਿ ਇੱਕ ਹਾਈਟੈਕ ਹੈਂਡਸ਼ੇਕ ਦਾ ਇਵੈਂਟ ਹੋਇਆ ਸੀਗਾ 23 ਨੂੰ ਵਾਈਟ ਹਾਊਸ, ਜਿੱਥੇ ਪ੍ਰੈਜ਼ੀਡੈਂਟ ਬਾਈਡਨ ਔਰ ਪ੍ਰਾਈਮ ਮਿਨਿਸਟਰ ਮੋਦੀ ਦੋਵੇਂ ਸੀਗੇ। ਟੌਪ ਦੀਆਂ ਇੰਡੀਅਨ ਕੰਪਨੀਜ਼ ਉੱਥੇ ਸੀਗੀਆਂ ਤੇ ਟੌਪ ਦੀਆਂ US ਕੰਪਨੀਜ਼ ਐਪਲ, ਗੂਗਲ, ਮਾਈਕਰੋਸਾਫਟ। ਉੱਥੇ 2 ਸਟਾਰਟਅਪਸ ਵੀ ਸੀਗੀਆਂ, ਜਿਨ੍ਹਾਂ 'ਚੋਂ ਇੱਕ ਸਟਾਰਟਅਪ ਆਲਰੇਡੀ ਯੂਨਾਈਟਿਡ ਸਟੇਟਸ 'ਚ ਸਪਲਾਈ ਚੇਨ 'ਚ ਪ੍ਰੋਡਕਸ਼ਨ ਸ਼ੁਰੂ ਕਰ ਰਹੀ ਹੈ, ਇੰਡੀਅਨ ਕੰਪਨੀ ਹੈਗੀ ਹੈ। ਇਸ ਤਰ੍ਹਾਂ ਹੀ ਕਈ ਇੰਡੀਅਨ ਕੰਪਨੀਜ਼ ਨੇ ਜਿੱਥੇ ਜੋ ਇੱਥੇ ਹੈਲਪ ਕਰ ਰਹੇ ਨੇ। ਬਟ ਜਸਟ ਟੂ ਆਨਸਰ ਯੋਰ ਅਦਰ ਕੁਐਸਚਨਸ, ਆਈ ਵਾਂਟ ਟੂ ਮੈਂਸ਼ਨ ਟੂ ਯੂ ਕਿ ਦੇਖੋ ਐਪਲ ਆਲਰੇਡੀ ਇੰਡੀਆ 'ਚ ਆਈਫੋਨਸ ਬਣਾ ਰਹੀ ਹੈ। ਅਸੀਂ ਵੇਟ ਕਰ ਰਹੇ ਹਾਂ ਸੰਧੂ ਸਾਹਿਬ ਕਿ ਟੈਸਲਾ ਕਦੋਂ ਆਵੇਗਾ। ਮਾਈਕਰੋਨ ਸੈਮੀਕੰਡਕਟਰ ਟੈਸਟਿੰਗ ਅਸੈਂਬਲੀ ਯੂਨਿਟ, ਇੱਕ ਟੋਟਲ 2.7 ਬਿਲੀਅਨ ਦੀ ਇਨਵੈਸਟਮੈਂਟ, ਜਿਹਦੇ 'ਚ 20,000 ਜੌਬ ਓਪਰਚੁਨਿਟੀਜ਼ ਕ੍ਰੀਏਟ ਹੋਣਗੀਆਂ। ਲੈਮ ਰਿਸਰਚ, ਅਨਦਰ ਬਿਗ ਕੰਪਨੀ, ਜਿਹੜੇ 60,000 ਇੰਡੀਅਨ ਇੰਜੀਨੀਅਰਸ ਟ੍ਰੇਨ ਕਰਨਗੇ। ਅਪਲਾਈਡ ਮਟੀਰੀਅਲਸ, ਉਹ ਇੱਕ ਸੈਮੀਕੰਡਕਟਰ ਸੈਂਟਰ ਕਮਰਸ਼ਲਾਈਜੇਸ਼ਨ ਐਂਡ ਇਨੋਵੇਸ਼ਨ ਲਈ
ਇੱਕ ਐਸਟੈਬਲਿਸ਼ ਕਰਨਗੇ ਇੰਡੀਆ 'ਚ। ਫਸਟ ਸੋਲਰ ਆਲਰੇਡੀ ਤਾਮਿਲਨਾਡੂ 'ਚ ਇਨਵੈਸਟ ਕਰ ਲਿਆ ਹੈ। ਜੀ ਗੂਗਲ 10 ਬਿਲੀਅਨ ਇੰਡੀਆ ਡਿਜੀਟਾਈਜੇਸ਼ਨ ਫੰਡ 'ਚ ਕਰਨਗੇ ਇਨਵੈਸਟ। ਬੋਇੰਗ ਔਰ ਜਨਰਲ ਐਟੋਮਿਕਸ, ਬੋਇੰਗ 100 ਮਿਲੀਅਨ ਇਨਵੈਸਟਮੈਂਟ ਕਰੇਗਾ, ਜਿਹੜਾ ਇੰਡੀਆ ਦੇ 31,000 ਨਿਊ ਪਾਇਲਟਸ ਨੂੰ ਸਪੋਰਟ ਕਰੇਗਾ। ਔਰ MRO ਫੈਸਿਲਿਟੀਜ਼ ਜਿਹੜੀਆਂ ਇੰਡੀਆ 'ਚ ਐਸਟੈਬਲਿਸ਼ ਹੋਣਗੀਆਂ। ਸੋਢੀ ਸਾਹਿਬ, ਜਦੋਂ ਵੀ MRO ਫੈਸਿਲਿਟੀ ਐਸਟੈਬਲਿਸ਼ ਹੁੰਦੀ ਹੈ ਉਹਦੇ ਅਰਾਊਂਡ ਇੱਕ ਈਕੋਸਿਸਟਮ ਬਣਦਾ ਹੈ, ਔਰ ਈਕੋਸਿਸਟਮ 'ਚ ਇਨੋਵੇਸ਼ਨ ਔਰ ਟ੍ਰੇਨਿੰਗ ਸਕਿਲਿੰਗ ਆਟੋਮੈਟਿਕਲੀ ਹੁੰਦੀ ਹੈ। ਸੋ ਮੈਂ ਤੁਹਾਨੂੰ ਇਹ ਕੁਝ ਐਗਜ਼ਾਮਪਲ ਦਿੱਤੇ ਨੇ ਟੂ ਟੈਲ ਯੂ ਕਿ ਕੰਕਰੀਟਲੀ ਐਤਕਾਂ ਜ਼ਰੂਰ ਫਾਇਦਾ ਹੋਏਗਾ ਔਰ ਪੰਜਾਬ ਨੂੰ ਵੀ ਇਹਦਾ ਫਾਇਦਾ ਲੈਣ ਦੀ ਜ਼ਰੂਰਤ ਹੈ। ਜੀ ਬਿਲਕੁਲ ਸੰਧੂ ਸਾਹਿਬ, ਆਉਣ ਵਾਲੇ ਸਮੇਂ 'ਚ ਜੇਕਰ ਦੋਨਾਂ ਮੁਲਕਾਂ ਦੇ ਵਿੱਚ ਨਵੀਆਂ ਸਰਕਾਰਾਂ ਬਣਦੀਆਂ ਨੇ ਤਾਂ ਕੀ ਇਹ ਸਮਝੌਤੇ ਹੂਬਹੂ ਇਸੇ ਤਰ੍ਹਾਂ ਹੀ ਲਾਗੂ ਰਹਿਣਗੇ? ਦੇਖੋ ਸੋਢੀ ਸਾਹਿਬ, ਮੈਂ ਤੁਹਾਨੂੰ ਫਿਰ ਐਗਜ਼ਾਮਪਲ ਨਾਲ ਦੁਬਾਰਾ ਰਿਪੀਟ ਕਰਾਂਗਾ ਜੀ। ਤੁਸੀਂ ਕਿਉਂਕਿ ਮੇਰੀ ਆਲਮੋਸਟ 2 ਡਿਕੇਡਸ ਦੀ ਇੰਟਰੈਕਸ਼ਨ ਹੈ, ਮੈਂ ਤੁਹਾਨੂੰ ਪ੍ਰੈਜ਼ੀਡੈਂਟ ਕਲਿੰਟਨ ਦੀ ਵਿਜ਼ਿਟ, ਉਹਦੇ ਤੋਂ ਪ੍ਰੈਜ਼ੀਡੈਂਟ ਜਾਰਜ W. ਬੁਸ਼ ਦੀ ਵਿਜ਼ਿਟ, ਉਹਦੇ ਤੋਂ ਪ੍ਰੈਜ਼ੀਡੈਂਟ ਓਬਾਮਾ ਦੀ ਵਿਜ਼ਿਟ, ਪ੍ਰੈਜ਼ੀਡੈਂਟ ਟਰੰਪ ਦੀ ਵਿਜ਼ਿਟ ਔਰ ਇਸ ਸਾਲ ਪ੍ਰੈਜ਼ੀਡੈਂਟ ਬਾਈਡਨ ਦੀ ਵਿਜ਼ਿਟ ਦੇਖੋ। ਤੁਸੀਂ ਇਹ ਜਿਹੜੀ ਕਮਿਟਮੈਂਟ ਹੈ ਉਹ ਬਾਈ ਪਾਰਟੀਜ਼ਾਨ ਹੈ ਔਰ ਇਹ ਜਿਹੜਾ ਰਿਲੇਸ਼ਨਸ਼ਿਪ ਹੈ ਇੱਕ ਨਵੀਂ ਹਾਈਟ ਤੇ ਪਹੁੰਚਿਆ ਹੈ ਔਰ ਹੁਣ ਇਹ ਪਾਰਟਨਰਸ਼ਿਪ ਹੈਗੀ ਹੈ। ਦੂਸਰੀ ਚੀਜ਼, ਤੁਸੀਂ US ਕਾਂਗਰਸ 'ਚ ਪ੍ਰਧਾਨ ਮੰਤਰੀ ਜੀ ਦਾ ਐਡਰੈਸ ਦੇਖਿਆ, ਉਹ ਇਸ ਟਾਈਮ ਤੇ ਰਿਪਬਲਿਕਨ ਕੰਟਰੋਲਡ ਹੈ। ਤੁਸੀਂ ਦੇਖਿਆ ਕਿ ਚਾਰੋਂ ਲੀਡਰ ਇੱਕ ਬੜਾ ਵਾਰਮ ਵੈਲਕਮ ਲੈਟਰ ਭੇਜਿਆ ਸੀ ਪ੍ਰਧਾਨ ਮੰਤਰੀ ਨੂੰ, ਜਿਹਦੇ 'ਚ 2 ਡੈਮੋਕ੍ਰੈਟ ਔਰ 2 ਰਿਪਬਲਿਕਨ ਸੀਗੇ। ਸੋ ਤੁਸੀਂ ਡਿਊਰਿੰਗ ਦੈਟ ਐਂਟਾਇਰ ਜਿਹੜਾ ਐਡਰੈਸ ਸੀਗਾ, ਜਿੱਥੇ ਪ੍ਰਧਾਨ ਮੰਤਰੀ ਜੀ ਨੇ ਆਪਣੀ ਵਿਜ਼ਨ ਔਰ ਇੰਡੀਆ ਸਟੋਰੀ ਬਾਰੇ ਦੱਸਿਆ, ਤੁਸੀਂ ਦੇਖਿਆ ਕਿ ਦੋਵੇਂ ਸਾਈਡਾਂ ਤੋਂ ਕਾਂਗਰਸਮੈਨ ਖੜੇ ਹੋ ਕੇ ਤਾਲੀਆਂ ਮਾਰ ਰਹੇ ਸੀ। ਸੋਢੀ ਸਾਹਿਬ ਕਦੀ ਵੀ YouTube 'ਚ ਦੇਖ ਲੈਣਾ, ਬਾਕੀ ਐਡਰੈਸਿਸ ਵੀ ਆਪਣੇ ਆਪ ਸਿੱਧਾ ਦਿਖ ਜਾਏਗਾ ਕਿ ਕੀ ਰਿਐਲਿਟੀ ਹੈ ਔਰ ਕੀ ਅਫਸਾਨਾ ਹੈ। ਸੋ ਮੈਂ ਤਾਂ ਤੁਹਾਨੂੰ ਕਹਿਣਾ ਡਾਇਰੈਕਟਲੀ ਦੇਖੋ, ਐਂਡ ਆਈ ਐਮ ਵੈਰੀ ਕੌਨਫੀਡੈਂਟ ਐਜ਼ ਜੋ ਅਸੀਂ ਦੇਖਿਆ ਹੈ ਕਿ ਦੋਵੇਂ ਸਾਈਡਾਂ ਰਿਪਬਲਿਕਨਸ ਤੇ ਡੈਮੋਕ੍ਰੈਟਸ ਦੋਵੇਂ ਬਾਈ ਪਾਰਟੀਜ਼ਨ ਸਪੋਰਟ ਹੈਗੀ, ਜਿਸ ਤਰ੍ਹਾਂ ਇੰਡੀਆ 'ਚ ਵੀ ਹੈਗੀ। ਇੰਡੀਆ 'ਚ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਅਗਰ ਤੁਸੀਂ ਆਪਣੇ ਭਰਾ ਨੂੰ ਕਿਤੇ ਪੜ੍ਹਨ ਲਈ ਭੇਜਣਾ ਹੋਏਗਾ ਤਾਂ ਤੁਸੀਂ ਮੈਨੂੰ ਇਹ ਸਵਾਲ ਦੁਬਾਰਾ ਕਰਨ ਦੀ ਜ਼ਰੂਰਤ ਹੀ ਨਹੀਂ ਹੈ, ਤੁਸੀਂ ਕਿੱਥੇ ਭੇਜੋਗੇ। ਬਟ ਸਾਡੀ ਇਹ ਆਬਜੈਕਟਿਵ ਹੈਗੀ ਹੈ ਨਿਊ ਐਜੂਕੇਸ਼ਨ ਪਾਲਿਸੀ 'ਚ ਕਿ ਕੱਲ੍ਹ ਦੇ ਆਉਣ ਦੇ ਟਾਈਮ 'ਚ ਜਿਹੜੀਆਂ ਫੈਸਿਲਿਟੀਜ਼ ਇੱਥੇ ਹੈਗੀਆਂ ਨੇ ਉਹ ਇੰਡੀਆ 'ਚ ਹੀ ਮਿਲ ਜਾਣ। ਇਹ ਜਿਹੜੀ ਪਾਰਟਨਰਸ਼ਿਪ ਐਜੂਕੇਸ਼ਨ ਔਰ ਨੌਲੇਜ ਪਾਰਟਨਰਸ਼ਿਪ ਹੈ ਉਹ ਇੰਡੀਆ ਦੀਆਂ ਜਿਹੜੀਆਂ ਯੂਨੀਵਰਸਿਟੀ ਔਰ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ ਉਹ ਇਸ ਲੈਵਲ ਦੀਆਂ ਹੋ ਜਾਣ ਔਰ ਇਹ ਲੈਵਲ ਤਾਂ ਹੀ ਆਏਗਾ ਅਗਰ ਅਸੀਂ ਕੰਬਾਈਨ ਹੋ ਕੇ ਪਾਰਟਨਰਸ਼ਿਪ 'ਚ ਚੱਲਾਂਗੇ। ਤੇ ਪੰਜਾਬ ਨੂੰ ਵੀ ਇਮੇਜਿਨ ਕਰੋ ਕੱਲ ਸਾਰੀਆਂ ਅੱਛੀਆਂ ਇੰਸਟੀਟਿਊਸ਼ਨਸ ਐਜੂਕੇਸ਼ਨ ਪੰਜਾਬ 'ਚ ਹੀ ਮਿਲੇ ਤੇ ਸਾਡੇ ਬੱਚਿਆਂ ਨੂੰ ਨਾ ਇਹਨੇ ਪੈਸੇ ਲਗਾਉਣ ਦੀ ਲੋੜ ਹੈ, ਉਹੀ ਚੀਜ਼ ਉਹ ਪੰਜਾਬ 'ਚ ਬੈਠਿਆਂ ਉਹਨਾਂ ਨੂੰ ਯੂਜ਼ ਹੋ ਸਕਦੀ ਹੈ। ਬਿਲਕੁਲ ਤੁਹਾਡੀ ਗੱਲ ਠੀਕ ਹੈ ਸੰਧੂ ਸਾਹਿਬ, ਬੇਸ਼ੱਕ ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਬਹੁਤ ਸਾਰੀਆਂ ਕੰਪਨੀਆਂ ਦੇ ਹਵਾਲੇ ਦਿੱਤੇ ਨੇ ਜਿਹੜੀਆਂ ਕਿ ਭਾਰਤ ਦੇ ਵਿੱਚ ਕਹਿ ਲਓ ਕਿ ਤੁਸੀਂ ਚੀਜ਼ਾਂ ਦੀ ਬਣਤਰ ਕਰਨ ਦੇ ਲਈ ਤਿਆਰ ਬੈਠੀਆਂ ਨੇ। ਤੁਸੀਂ ਐਪਲ ਦਾ ਵੀ ਹਵਾਲਾ ਦਿੱਤਾ ਹੈ, ਐਪਲ ਦੇ ਵੱਲੋਂ ਹਾਲ ਹੀ 'ਚ ਐਕਸਪੋਰਟ ਵੀ ਸ਼ੁਰੂ ਕਰ ਦਿੱਤਾ ਗਿਆ ਆਪਣੇ ਫੋਨਸ ਦਾ। ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਟੈਸਲਾ ਦੇ ਆਉਣ ਦੀ ਕਦੋਂ ਸੰਭਾਵਨਾ ਹੈ, ਕਦੋਂ ਐਲਨ ਮਸਕ ਵੀ ਅਨਾਊਂਸਮੈਂਟ ਕਰਨਗੇ। ਮੈਂ ਚਾਹੂੰਗਾ ਕਿ ਤੁਹਾਡੇ ਕੋਲ ਤਾਂ ਖਬਰ ਪਹਿਲਾਂ ਪਹੁੰਚ ਜਾਂਦੀ ਹੈ, ਇਹ ਸੰਭਾਵਨਾਵਾਂ ਕਦੋਂ ਬਣ ਸਕਦੀਆਂ ਨੇ ਕਿ ਹੋਰ ਵੀ ਵੱਡੀਆਂ ਜਿਹੜੀਆਂ ਇੰਟਰਨੈਸ਼ਨਲ ਕੰਪਨੀਜ਼ ਹੈਗੀਆਂ ਨੇ ਉਹ ਭਾਰਤ ਦੇ ਵਿੱਚ ਆ ਕੇ ਤੇ ਆਪਣੇ ਯੂਨਿਟ ਸਥਾਪਿਤ ਕਰਨਗੀਆਂ? ਬਿਲਕੁਲ ਸੋਢੀ ਸਾਹਿਬ, ਮੈਂ ਤੁਹਾਨੂੰ ਟੈਸਲਾ ਦੇ ਮੁਕਾਬਲੇ ਦੀਆਂ ਕਈ ਕੰਪਨੀਆਂ ਦੇ ਨਾਂ ਦਿੱਤੇ ਨੇ। ਬਿਲਕੁਲ ਪਤਾ ਹੈ ਕਿ ਐਤਕਾਂ ਮਸਕ ਸਾਹਿਬ ਪ੍ਰਧਾਨ ਮੰਤਰੀ ਜੀ ਨੂੰ ਨਿਊਯਾਰਕ ਮਿਲੇ ਸੀ, ਬੜੀ ਵਾਰਮ ਔਰ ਇਫੈਕਟਿਵ ਗੱਲਬਾਤ ਹੋਈ। ਮੈਨੂੰ ਇਹ ਪਤਾ ਹੈ ਕਿ ਟੈਸਲਾ ਦੀ ਇੱਕ ਡੈਲੀਗੇਸ਼ਨ ਜਲਦੀ ਹੀ ਇੰਡੀਆ ਜਾ ਰਹੀ ਹੈ, ਬੜਾ ਇੰਟਰਸਟ ਹੈਗਾ ਹੈ ਇੰਡੀਆ 'ਚ ਐਸਟੈਬਲਿਸ਼ ਕਰਨ ਦਾ ਤੇ ਆਈ ਐਮ ਸ਼ੋਰ ਕਿ ਸੋਢੀ ਸਾਹਿਬ ਤੁਹਾਡੇ ਹੱਥ 'ਚ ਸੂਨ ਟੈਸਲਾ ਦੀ ਕਾਰ ਵੀ ਹੋਏਗੀ। ਬਹੁਤ ਖੂਬ, ਬੜੀ ਵਧੀਆ ਤੁਸੀਂ ਤੇ ਬੜੀ ਇੰਟਰਸਟਿੰਗ ਤੁਸੀਂ ਜਾਣਕਾਰੀ ਸਾਂਝੀ ਕੀਤੀ ਔਰ ਮੈਂ ਉਮੀਦ ਕਰਦਾ ਹਾਂ ਕਿ ਛੇਤੀ ਖੁਸ਼ਖਬਰੀ ਮਿਲੇਗੀ। ਸੰਧੂ ਸਾਹਿਬ, ਅਗਲਾ ਸਵਾਲ ਜਿਹੜਾ ਕਿ ਭਾਰਤੀਆਂ ਦੀ ਕਹਿ ਲਓ ਕਿ ਤੁਸੀਂ ਦੁੱਖ ਦੀ ਰਗ ਹੈ,
ਅਮਰੀਕਾ ਬੜੇ ਲੋਕ ਆਉਣਾ ਚਾਹੁੰਦੇ ਨੇ, ਕੋਈ ਘੁੰਮਣ ਆਉਣਾ ਚਾਹੁੰਦੇ, ਕੋਈ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਤੇ ਕੋਈ ਐਜੂਕੇਸ਼ਨ ਦੇ ਲਈ ਆਉਣਾ ਚਾਹੁੰਦਾ ਹੈ। ਇੱਥੇ ਅਪਾਇੰਟਮੈਂਟ ਦੇ ਵਿੱਚ ਬਹੁਤ ਦਿੱਕਤ ਆ ਰਹੀ ਹੈ। ਜੇਕਰ ਭਾਰਤੀ ਇੱਥੇ ਐਮਬੈਸੀ ਦੇ ਵਿੱਚ ਸੰਪਰਕ ਕਰਦੇ ਨੇ ਤਾਂ ਲਗਭਗ ਜਿਹੜੀ ਉਹ 500 ਦੇ ਕਰੀਬ ਦਿਨਾਂ ਦਾ ਇੰਤਜ਼ਾਰ ਕਰਨਾ ਪੈਂਦਾ। ਉਸ ਤੋਂ ਬਾਅਦ ਅਪਾਇੰਟਮੈਂਟ ਵੀਜ਼ਾ ਅਪਲਾਈ ਕਰਨ ਦੇ ਲਈ ਹਾਸਲ ਹੁੰਦੀ ਹੈ। ਸੰਧੂ ਸਾਹਿਬ, ਕੋਈ ਸੰਭਾਵਨਾ ਹੈ ਕਿ ਇਹ ਦਿਨਾਂ ਦੇ ਵਿੱਚ ਕਟੌਤੀ ਆ ਜਾਵੇ ਤੇ ਲੋਕ ਛੇਤੀ ਅਪਾਇੰਟਮੈਂਟ ਹਾਸਲ ਕਰ ਸਕਣਗੇ? ਦੇਖੋ ਸੋਢੀ ਸਾਹਿਬ, ਆਈਡੀਅਲੀ ਇਹ ਯੂਐਸ ਐਮਬੈਸੀ ਨੂੰ ਆਨਸਰ ਕਰਨਾ ਚਾਹੀਦਾ ਹੈ। ਔਰ ਮੇਰੇ ਦੋਸਤ ਐਰੇ ਗਾਰਸਿਟੀ ਜਿਹੜੇ ਐਮਬੈਸਡਰ ਨੇ ਔਰ ਕਾਫੀ ਘੁੰਮ ਰਹੇ ਨੇ, ਆਮ ਸ਼ੋਰ ਪੰਜਾਬ ਵੀ ਜਲਦੀ ਆਉਣਗੇ, ਉਹਨਾਂ ਨੂੰ ਜ਼ਰੂਰ ਇਹ ਪੁੱਛਾਂ। ਲੇਕਿਨ ਦੋ ਚੀਜ਼ਾਂ ਮੈਂ ਇਹਦੇ ਬਾਰੇ ਤੁਹਾਨੂੰ ਕਲੀਅਰਲੀ ਸਪਸ਼ਟ ਕਰਨਾ ਚਾਹੁੰਦਾ ਹੈ। ਦੇਖੋ, ਜਦੋਂ ਇੱਥੇ ਕਾਫੀ ਕ੍ਰਾਈਸਿਸ ਹੋਈ ਸੀ ਔਰ ਉਸ ਕ੍ਰਾਈਸਿਸ ਦਾ ਕੋਵਿਡ ਦਾ ਬਹੁਤ ਇੰਪੋਰਟੈਂਟ ਲਿੰਕ ਸੀਗਾ, ਕਾਫੀ ਬ੍ਰੇਕਡਾਊਨ ਹੋਇਆ। ਮੈਂ ਉਦੋਂ ਵੀ ਔਰ ਬਾਅਦ 'ਚ ਵੀ ਇੱਥੇ ਬਾਰ-ਬਾਰ ਕਹਿਣਾ ਹੈ ਕਿ ਜਿਹੜੇ ਭਾਰਤੀ ਯੂਐਸ ਦਾ ਵੀਜ਼ਾ ਮੰਗਦੇ ਨੇ ਉਹ ਯੂਨਾਈਟਿਡ ਸਟੇਟਸ ਦੇ ਬੈਸਟ ਫਰੈਂਡਸ ਨੇ ਇੰਡੀਆ 'ਚ, ਵੈਦਰ ਯੂਥ, ਵੈਦਰ ਟਰੈਵਲ ਲਈ ਜਾਂ ਜੋ ਪੜ੍ਹਨ ਲਈ ਆਉਣਾ ਚਾਹੁੰਦਾ ਹੈ। ਦੂਸਰੀ ਗੱਲ, ਐਤਕਾਂ ਬਿਲਕੁਲ ਤੁਸੀਂ ਦੇਖੋਗੇ ਕਿ ਜੁਆਇੰਟ ਸਟੇਟਮੈਂਟ 'ਚ ਪੀਪਲ ਓਰੀਐਂਟਿਡ ਇਸ਼ੂਜ਼ ਬਿਲਕੁਲ ਟੱਚ ਹੋਏ ਨੇ ਔਰ 2 ਹੋਰ ਕੌਂਸੂਲੇਟਸ USA ਦੇ ਇੰਡੀਆ 'ਚ ਖੁੱਲਣਗੇ, ਜਿਹਦੇ ਬਾਰੇ ਅਸੀਂ ਪਰਮਿਸ਼ਨ ਦਿੱਤੀ ਹੈ। ਇਹ ਵੀਜ਼ਾਸ 'ਚ ਹੋਰ ਮੈਟਰਸ ਵੀ ਆਗਮੈਂਟ ਕਰਨਗੇ। ਬਾਕੀ ਤੁਹਾਨੂੰ ਇਹ ਵੀ ਪਤਾ ਹੈ ਕਿ ਵੀਜ਼ਾ ਐਪਲੀਕੇਸ਼ਨਸ ਦੀ ਪ੍ਰੋਸੈਸਿੰਗ ਕਾਫੀ ਇੰਪਰੂਵ ਹੋਈ ਹੈ। ਮੈਂ ਨਿਊਜ਼ਪੇਪਰਸ 'ਚ ਆਈਟਮਸ ਪੜ੍ਹੇ ਨੇ ਕਿ ਇਸ ਟਾਈਮ ਤੇ ਵੇਟਿੰਗ ਪੀਰੀਅਡ ਘਟ ਰਿਹਾ ਹੈ ਐਂਡ ਆਈ ਐਮ 100% ਕਿ ਜਿਹੜੀ US ਐਮਬੈਸੀ ਹੈਗੀ ਔਰ ਮੇਰੇ ਜਿਹੜੇ ਭਾਈ ਐਮਬੈਸਡਰ ਨੇ ਐਰੇ ਗਾਰਸਿਟੀ, ਉਹ ਬੜੇ ਫੋਕਸ ਨੇ ਔਰ ਇੱਥੇ ਪ੍ਰਧਾਨ ਮੰਤਰੀ ਜੀ ਨੇ ਇਹ ਐਸਪੈਕਟ ਬਿਲਕੁਲ ਪ੍ਰੈਜ਼ੀਡੈਂਟ ਬਾਈਡਨ ਨਾਲ ਰੇਜ਼ ਕੀਤਾ ਔਰ ਬਾਕੀ ਪ੍ਰੈਜ਼ੀਡੈਂਟ ਬਾਈਡਨ ਨੇ ਆਪਣੇ ਸਟੇਟਮੈਂਟਸ ਵੀ ਇਹਦੇ ਬਾਰੇ ਮੈਂਸ਼ਨ ਕੀਤਾ ਹੈ। ਪੀਪਲ ਟੂ ਪੀਪਲ ਰਿਲੇਸ਼ਨਸ਼ਿਪ, ਇੰਡੀਅਨ ਅਮਰੀਕਨਸ ਕਿਸ ਤਰ੍ਹਾਂ ਇੰਪੋਰਟੈਂਟ ਰੋਲ ਪਲੇ ਕਰਦੇ ਨੇ। ਸੈਕਟਰੀ ਆਫ ਸਟੇਟ ਜਦੋਂ ਕੈਨੇਡੀ ਸੈਂਟਰ 'ਚ ਬੋਲੇ, ਸੈਕਟਰੀ ਆਫ ਸਟੇਟ ਜਦੋਂ ਵਾਈਸ ਪ੍ਰੈਜ਼ੀਡੈਂਟ ਦਾ ਲੰਚ ਸੀਗਾ ਪ੍ਰਧਾਨ ਮੰਤਰੀ ਜੀ ਲਈ, ਉਦੋਂ ਵੀ ਬੋਲੇ। ਦੋਵੇਂ ਚੀਜ਼ਾਂ ਪੀਪਲ ਟੂ ਪੀਪਲ ਰਿਲੇਸ਼ਨਸ਼ਿਪ ਦੀ ਇੰਪੋਰਟੈਂਸ ਦੇ ਬਾਰੇ ਬਹੁਤ ਜ਼ਿਕਰ ਹੋਇਆ ਹੈ ਐਂਡ ਆਈ ਐਮ ਵੈਰੀ ਸ਼ੋਰ ਹੋਪਫੁਲੀ ਥਿੰਗਸ ਵਿਲ ਇੰਪਰੂਵ ਇਨ ਬਿਗ ਟਾਈਮ। ਇਸ ਟਾਈਮ ਤੇ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਵੀ ਇੱਥੇ ਸਿਆਟਲ 'ਚ ਕੌਂਸੂਲੇਟ ਖੋਲ ਰਹੇ ਹਾਂ ਔਰ ਸਿਆਟਲ 'ਚ ਪੰਜਾਬੀ ਭਾਈਚਾਰਾ ਬਹੁਤ ਹੈ। ਮੈਨੂੰ ਬੜੀਆਂ ਰਿਕੁਐਸਟ ਆਈਆਂ ਔਰ ਨਾਟ ਓਨਲੀ ਸਿਆਟਲ, ਅਸੀਂ 2 ਹੋਰ ਕੌਂਸੂਲੇਟਸ ਵੀ ਖੋਲਾਂਗੇ, ਹਾਲੇ ਉਹ ਤੈਅ ਨਹੀਂ ਹੋਇਆ ਕਿਹੜੀਆਂ ਜਗ੍ਹਾ ਤੇ। ਸੋ ਇਸ ਕਰਕੇ ਦੋਵੇਂ ਪਾਸੇ ਇਸ ਚੀਜ਼ ਦਾ ਇੰਪੋਰਟੈਂਸ ਦਿੱਤੀ ਜਾ ਰਹੀ ਹੈ ਕਿ ਪੀਪਲ ਟੂ ਪੀਪਲ ਰਿਲੇਸ਼ਨਸ਼ਿਪ ਨੂੰ ਪੂਰੀ ਇੰਪੋਰਟੈਂਸ ਔਰ ਸਟ੍ਰੈਸ ਦੇਣਾ ਹੈ। ਜੀ ਸੰਧੂ ਸਾਹਿਬ, ਭਾਰਤੀਆਂ ਦਾ ਇੱਕ ਹੋਰ ਸ਼ਿਕਵਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਇੱਕ ਪਰਸੈਪਸ਼ਨ ਬਣੀ ਹੋਈ ਹੈ ਕਿ ਜਦੋਂ ਕਿਸੇ ਵੀ ਅਮਰੀਕਾ ਦੇ ਏਅਰਪੋਰਟ ਤੇ ਭਾਰਤੀ ਵੀਜ਼ਾ ਹਾਸਲ ਕਰਨ ਤੋਂ ਬਾਅਦ ਲੈਂਡ ਕਰਦੇ ਨੇ ਤਾਂ ਇਮੀਗ੍ਰੇਸ਼ਨ ਦੇ ਵਿੱਚ ਕਾਫੀ ਦਿੱਕਤ ਆਉਂਦੀ ਹੈ, ਘੰਟਿਆਂ ਬੱਧੀ ਕਈ ਵਾਰ ਇੰਤਜ਼ਾਰ ਕਰਨਾ ਪੈਂਦਾ ਹੈ। ਇਹਦੇ ਬਾਬਤ ਕੀ ਤੁਹਾਡੇ ਧਿਆਨ ਦੇ ਵਿੱਚ ਇਹ ਸਾਰੇ ਮਸਲੇ ਹੈਗੇ ਨੇ ਜਾਂ ਤੁਹਾਡੇ ਕੋਲ ਕੀ ਇਹ ਰਿਟਨ 'ਚ ਕੰਪਲੇਂਟਸ ਆਉਂਦੀਆਂ ਨੇ? ਤੁਸੀਂ ਇਹਦੇ ਬਾਰੇ ਕੀ ਸੋਚ ਰਹੇ? ਔਰ ਨਾਲ ਹੀ ਮੈਂ ਇਹ ਵੀ ਜਾਣਨਾ ਚਾਹੂੰਗਾ ਕਿ ਭਾਰਤ ਨੇ ਬੇਸ਼ੱਕ ਦੁਨੀਆ ਦੇ ਨਕਸ਼ੇ ਤੇ ਬੜੇ ਵੱਡੇ ਮੁਕਾਮ ਹਾਸਲ ਕੀਤੇ ਨੇ, ਉਹ ਸਮਾਂ ਕਦੋਂ ਸੰਭਵ ਹੋਵੇਗਾ ਜਦੋਂ ਭਾਰਤੀ ਲੋਕ ਵੀ ਆਪਣੇ ਪਾਸਪੋਰਟ ਤੇ ਸੈਲਫ ਇਮੀਗ੍ਰੇਸ਼ਨ ਕਰਵਾ ਸਕਣਗੇ? ਸੋ ਸੋਢੀ ਸਾਹਿਬ, 2-3 ਚੀਜ਼ਾਂ ਮੈਂ ਤੁਹਾਨੂੰ ਇਹਦਾ ਜਵਾਬ ਦਵਾਂਗਾ। ਪਹਿਲਾ ਇਹ ਹੈਗਾ ਕਿ ਜਿਹੜੀ ਇਹ ਨਵੀਂ ਪਾਰਟਨਰਸ਼ਿਪ ਸ਼ੁਰੂ ਹੋ ਰਹੀ ਹੈ, ਜਿਹੜਾ ਇੱਕ ਟੈਕਨੋਲੋਜੀ ਹੈਂਡਸ਼ੇਕ ਹੋ ਰਿਹਾ ਹੈ, ਜਿਹੜੀ ਵੈਲਿਊ ਇੰਡੀਅਨ ਟੈਲੈਂਟ ਨੂੰ ਦਿੱਤੀ ਜਾ ਰਹੀ ਹੈ, ਉਹਦੇ ਨਾਲ ਹੀ ਇੰਡੀਅਨ ਪਾਸਪੋਰਟ ਦੀ ਵੀ ਇੰਪੋਰਟੈਂਸ ਵਧੇਗੀ। ਦੇਖੋ, ਅੱਜ ਇਹ ਮਾਹੌਲ ਹੋ ਗਿਆ ਹੈ ਕਿ ਤੁਸੀਂ ਕੁਝ ਸਾਲਾਂ 'ਚ ਅੱਜ ਅਗਰ ਇੰਡੀਅਨ ਅਮਰੀਕਨ ਮਤਲਬ ਡਾਇਸਪੋਰਾ ਦਾ ਮੈਂਬਰ ਕਿਸੇ ਵੀ ਬੋਰਡ ਦਾ ਮੈਂਬਰ ਬਣਦਾ ਹੈ ਤੇ ਵਾਲ ਸਟਰੀਟ ਤੇ ਉਹ ਸ਼ੇਅਰਸ ਦੀ ਵੈਲਿਊ ਵੱਧ ਜਾਂਦੀ ਹੈ ਜੀ। ਉਹਦੇ ਨਾਲ ਹੀ ਇੰਡੀਅਨ ਅਮਰੀਕਨਸ ਦੀ ਔਰ ਇੰਡੀਅਨਸ ਦੀ ਵੀ ਰਿਸਪੈਕਟ ਵੱਧ ਰਹੀ ਹੈ। ਮੈਂ ਤੁਹਾਨੂੰ 5 ਏਰੀਆ ਦੱਸੇ, ਹੈਲਥ ਕੇਅਰ, IT, ਡਿਜੀਟਲ ਸਟਾਰਟਅਪ, ਇਨੋਵੇਸ਼ਨ, એનર્ਜੀ ਜਿਹਦੇ 'ਚ ਰਿਨਿਊਏਬਲਸ, ਐਜੂਕੇਸ਼ਨ ਪਾਰਟਨਰਸ਼ਿਪ, ਸਕਿੱਲ ਡਿਵੈਲਪਮੈਂਟ, ਇਹਦੇ 'ਚ ਜਿਸ ਤਰ੍ਹਾਂ ਹੀ ਸਾਡੀ ਪਾਰਟਨਰਸ਼ਿਪ ਵੱਧ ਰਹੀ ਹੈ, ਉਸ ਤਰ੍ਹਾਂ ਹੀ ਇੰਡੀਆ ਦੀ ਇੰਪੋਰਟੈਂਸ ਬਾਰੇ ਯੂਨਾਈਟਿਡ ਸਟੇਟਸ 'ਚ
ये अंडरस्टैंडिंग हो रही है कि देखो इंडिया यूएस पार्टनरशिप एक विन विन प्रोपोजिशन है, दोवें साइडां ਲਈ ਹੈਗਾ ਇਹ ਹੀ ਚੀਜ਼ ਇੰਪੈਕਟ ਕਰਦੀ ਹੈ ਕਿਉਂਕਿ ਆਮ ਲੋਕਾਂ ਨੂੰ ਇੱਥੇ ਪਤਾ ਲੱਗ ਰਿਹਾ ਹੈ ਕਿ ਬਈ ਜਦੋਂ ਇੰਡੀਆ ਦੇ ਨਾਲ ਪਾਰਟਨਰਸ਼ਿਪ ਹੋ ਰਹੀ ਹੈ ਤੇ ਉਹਦੇ 'ਚ ਅਮਰੀਕਾ ਦਾ ਫਾਇਦਾ ਹੈ, ਉਹਦਾ ਐਸਪੈਕਟ ਜਿਹੜੀ ਤੁਸੀਂ ਚੀਜ਼ ਕਹਿ ਰਹੇ ਹੋ ਉਹਦੇ 'ਚ ਵੀ ਆ ਰਿਹਾ ਹੈ। ਤੁਸੀਂ ਅਗਰ ਅੱਜ ਦੇਖੋਗੇ ਤੇ ਕਈ ਇੰਡੀਅਨ ਅਮਰੀਕਨਸ, ਸੋਢੀ ਸਾਹਿਬ, ਕਈ ਇੰਡੀਅਨ ਅਮਰੀਕਨਸ ਟੌਪ ਪੋਜੀਸ਼ਨ 'ਚ ਹੈਗੇ ਨੇ ਡੂਰਿੰਗ ਦਾ ਕੋਵਿਡ। ਮੈਂ ਤੁਹਾਨੂੰ ਇੱਕ ਪ੍ਰਾਈਡ ਨਾਲ ਅੱਜ ਕਹਿ ਸਕਦਾ ਹਾਂ ਕਿ ਜਿਹੜੇ ਇਸ ਵੇਲੇ ਟੌਪ ਦੇ ਡਾਕਟਰ ਬਾਈਡਨ ਐਡਮਿਨਿਸਟ੍ਰੇਸ਼ਨ 'ਚ ਹੈਗੇ ਨੇ, ਸਰਜਨ ਜਨਰਲ, ਕੋਵਿਡ ਜ਼ਾਰ, ਆਪਣੇ ਡਰੱਗ ਜ਼ਾਰ ਜੀ ਰਾਹੁਲ ਗੁਪਤਾ ਹੈ ਜਿਹੜਾ ਅੰਮ੍ਰਿਤਸਰ ਮੈਡੀਕਲ ਕਾਲਜ ਦਾ ਪੜ੍ਹਿਆ ਹੋਇਆ ਮੁੰਡਾ ਹੈ। ਸੋ ਇਹੋ ਜਿਹੇ ਇੰਪੋਰਟੈਂਟ ਪੋਜੀਸ਼ਨ 'ਚ ਅਗਰ ਤੁਸੀਂ ਐਡਮਿਨਿਸਟ੍ਰੇਸ਼ਨ, ਥਿੰਕ ਟੈਂਕਸ, ਕੈਪੀਟਲ ਹਿੱਲ, ਤੁਹਾਨੂੰ ਪਤਾ ਹੈ ਕਿ ਪ੍ਰਾਈਮ ਮਿਨਿਸਟਰ ਨੇ ਸਮੋਸਾ ਕਾਕਸ ਦੇ ਬਾਰੇ ਗੱਲ ਕੀਤੀ। ਅੱਜ 5 ਮੈਂਬਰਸ ਇੰਡੀਅਨ ਓਰੀਜਨ ਦੇ ਨੇ ਜਿਹੜੇ ਯੂਐਸ ਦੇ ਕਾਂਗਰਸਮੈਨ ਬਣੇ ਨੇ ਔਰ ਪੰਜੋ ਹੀ ਆਪਣੇ ਕਿਸੇ ਨਾ ਕਿਸੇ ਏਰੀਆ 'ਚ ਮਾਹਿਰ ਨੇ ਔਰ ਉਹ ਉਸ ਏਰੀਆ 'ਚ ਇੰਡੀਅਨਸ ਦੀ ਮੈਜੋਰਿਟੀ ਨਹੀਂ ਹੈਗੀ, ਉਹ ਦੂਸਰੇ ਏਰੀਆਸ ਤੋਂ ਜਿੱਤੇ ਨੇ। ਸੋ ਇਸ ਕਰਕੇ ਜਿਸ ਤਰ੍ਹਾਂ ਹੀ ਇੰਪੋਰਟੈਂਸ ਹੋਏਗੀ, ਬਿਲਕੁਲ ਜਿਹੜਾ ਐਸਪੈਕਟ ਤੁਸੀਂ ਕਹਿ ਰਹੇ ਹੋ ਉਹਦੇ ਬਾਰੇ ਹੋਰ ਐਂਡ ਹੋਰ ਕੌਨਸ਼ੀਅਸਨੈਸ ਆਏਗੀ। ਬਾਕੀ ਤੁਸੀਂ ਕਿਹਾ ਅਗਰ ਸਾਡੇ ਕੋਲ ਕੋਈ ਵੀ ਕੰਪਲੇਂਟ ਆਉਂਦੀ ਹੈ ਅਸੀਂ ਡੈਫੀਨੇਟਲੀ ਸਟੇਟ ਡਿਪਾਰਟਮੈਂਟ ਔਰ ਵਾਈਟ ਹਾਊਸ ਦੀ ਅਟੈਂਸ਼ਨ ਡਰਾ ਕਰਦੇ ਹਾਂ। ਹਰ ਵਾਰੀ ਜਦੋਂ ਕਿਸੇ ਵੀ ਪੰਜਾਬੀ ਔਰ ਸਿੱਖ ਦੇ ਨਾਲ ਵਾਇਲੈਂਸ, ਹਰ ਵਾਰੀ ਅਸੀਂ ਚਿੱਠੀ ਲਿਖੀ ਹੈ ਔਰ ਐਕਨੋਲੇਜ ਕੀਤੀ, ਉਹਨਾਂ ਨੇ ਐਕਨੋਲੇਜ ਕੀਤਾ ਹੈ। तो ये गल नहीं है कि पब्लिकली जाके ਇਹਦੇ ਬਾਰੇ ਪਬਲਿਸਿਟੀ ਕਰੀਏ, ਲੇਕਿਨ ਜਿਹੜਾ ਸਾਡਾ ਕੰਮ ਹੈ ਉਹਦੇ ਤੇ ਅਸੀਂ ਫੋਕਸਡ ਹੈ। ਅੱਜ ਇਹ ਰਿਲੇਸ਼ਨਸ਼ਿਪ ਇੱਥੇ ਪਹੁੰਚੀ ਹੈ ਤੇ ਇੱਕ ਗ੍ਰੈਜੂਅਲ ਪ੍ਰੋਸੈਸ ਹੈ। ਜੀ, ਆਖਰੀ ਸਵਾਲ ਸੰਧੂ ਸਾਹਿਬ ਮੇਰਾ ਤੁਹਾਡੇ ਤੱਕ ਹੈ। ਤੁਸੀਂ ਅੱਜ ਭਾਰਤ ਦੇ ਸਭ ਤੋਂ ਵੱਧ ਤਜਰਬੇਕਾਰ ਐਂਬੈਸਡਰ ਮੰਨੇ ਜਾਂਦੇ ਹੋ, ਬੜਾ ਵੱਡਾ ਤੁਹਾਡਾ ਸਫ਼ਰ ਹੈ। ਮਾਝੀ ਤੋਂ ਉੱਠ ਕੇ ਇੱਕ ਨੌਜਵਾਨ ਮੁੰਡਾ IFS ਦੇ ਤਹਿਤ ਫਿਰ ਰੂਸ, ਯੂਕਰੇਨ, ਸ੍ਰੀਲੰਕਾ ਔਰ ਅਮਰੀਕਾ 'ਚ ਤੁਸੀਂ ਲਗਾਤਾਰ ਸਰਵਿਸਿਜ਼ ਦਿੰਦੇ ਹੋ। ਇਸ ਸਾਰੇ ਆਪਣੇ ਜ਼ਿੰਦਗੀ ਦੇ ਸਫ਼ਰ ਨੂੰ ਸੰਧੂ ਸਾਹਿਬ ਤੁਸੀਂ ਇਕੱਲੇ ਬੈਠਦੇ ਹੋ ਤਾਂ ਫਿਰ ਕਿਸ ਤਰ੍ਹਾਂ ਮੁਲਾਂਕਣ ਕਰਦੇ ਹੋ? ਦੇਖੋ ਸੋਢੀ ਸਾਹਿਬ, ਬਿਲਕੁਲ ਮੇਰੀ ਖੁਸ਼ਕਿਸਮਤੀ ਸੀਗੀ, ਮੈਂ ਕੰਪੀਟੀਟਿਵ ਐਗਜ਼ਾਮ 'ਚ ਸਿਲੈਕਟ ਹੋਇਆ ਔਰ IFS ਚੂਜ਼ ਕਰਕੇ ਸਰਵਿਸ ਕੀਤੀ। ਤੁਸੀਂ ਬੜੇ ਇੰਟਰਸਟਿੰਗ, ਵਾਹਿਗੁਰੂ ਦੀ ਕਿਰਪਾ ਸੀਗੀ ਕਿ ਬੜੇ ਇੰਟਰਸਟਿੰਗ ਏਰੀਆਸ 'ਚ ਕੰਮ ਕੀਤਾ ਹੈ। ਮੈਂ ਰਸ਼ੀਆ 'ਚ ਕੰਮ ਕੀਤਾ ਹੈ, ਯੂਕਰੇਨ 'ਚ ਕੰਮ ਕੀਤਾ ਹੈ, ਜਰਮਨੀ 'ਚ ਕੰਮ ਕੀਤਾ ਹੈ, ਸ਼੍ਰੀਲੰਕਾ 'ਚ ਕੰਮ ਕੀਤਾ ਹੈ ਔਰ ਅਮਰੀਕਾ 'ਚ ਕੰਮ ਕੀਤਾ ਹੈ। ਔਰ ਜਦੋਂ ਮੈਂ ਲੁੱਕ ਬੈਕ ਕਰਦਾ ਹਾਂ, ਮੈਂ ਵਾਹਿਗੁਰੂ ਦਾ ਸ਼ੁਕਰ ਕਰਦਾ ਕਿ ਦੇਖੋ ਮੈਨੂੰ ਇਹ ਓਪਰਚੁਨਿਟੀ ਮਿਲੀ ਸਿੱਖਣ ਦੀ। ਜੀ, ਜ਼ਿੰਦਗੀ 'ਚ ਕੋਈ ਵੀ ਸਾਡੀ ਉਮਰ ਹੋਵੇ, ਅਸੀਂ ਅਲਟੀਮੇਟ ਗਿਆਨੀ ਨਹੀਂ ਹੈਗੇ, ਸਾਨੂੰ ਸਿੱਖਣ ਦੀ ਜ਼ਰੂਰਤ ਹੈ। ਇਹੋ ਹੀ ਚੀਜ਼, ਇਹ ਜਿਹੜੀ ਐਜੂਕੇਸ਼ਨ ਔਰ ਨੌਲੇਜ ਪਾਰਟਨਰਸ਼ਿਪ ਹੈ, ਉਹਦੇ 'ਚ ਇੱਕ ਦੂਜੇ ਕੋਲੋਂ ਅਸੀਂ ਸਿੱਖਾਂਗੇ। ਸਾਡੀਆਂ ਵੀ ਯੂਨੀਵਰਸਿਟੀਜ਼ ਔਰ ਐਜੂਕੇਸ਼ਨ ਇੰਸਟੀਟਿਊਸ਼ਨਸ ਨੂੰ ਅਮਰੀਕਨ ਐਕਸਪੀਰੀਅੰਸ ਨੂੰ ਨਾਲ ਜੁੜ ਕੇ ਸਿੱਖਣ ਦੀ ਜ਼ਰੂਰਤ ਹੈ। ਦੇਖੋ ਕਿੰਨੇ ਆਪਣੇ ਭਾਈ ਔਰ ਭੈਣ ਇੱਥੇ ਪਹੁੰਚੇ ਔਰ ਸਕਸੈਸਫੁਲ ਹੋਏ, ਉਹਨਾਂ ਦੀ ਬੇਸ ਇੰਡੀਆ 'ਚ ਬਣੀ। ਸੋ ਅਗਰ ਤੁਸੀਂ ਕਹਿੰਦੇ ਇੱਕ ਚੀਜ਼ ਮੈਂ ਕੀ ਲੈਸਨ ਲਿਆ ਹੈ, ਇਹੋ ਹੀ ਲਿਆ ਹੈ ਕਿ ਆਪਣਾ ਜਿਹੜਾ ਮਾਈਂਡ ਹੈ ਉਹਨੂੰ ਹਿਊਮਿਲਿਟੀ ਦੇ ਨਾਲ, ਸਿੱਖਣ ਦੇ ਨਾਲ ਖੋਲ੍ਹ ਕੇ ਰੱਖੋ। ਜਿੱਥੇ ਵੀ ਓਪਰਚੁਨਿਟੀ ਮਿਲੇ ਕੁਛ ਨਾ ਕੁਛ ਸਿੱਖੋ ਔਰ ਆਪਣੇ ਤਰਫ ਤੋਂ ਕੰਟਰੀਬਿਊਟ ਕਰੋ। ਬੇਸ਼ੱਕ ਤੁਹਾਨੂੰ ਆਪਣੇ ਦਾਦਾ ਜੀ ਦੇ ਨਾਲ ਸਮਾਂ ਬਿਤਾਉਣ ਦਾ ਤਾਂ ਕਹਿ ਲਓ ਮੌਕਾ ਨਹੀਂ ਮਿਲਿਆ, ਮਾਫ ਕਰੋ ਮੈਂ ਇੱਕ ਆਪਣੇ ਸਵਾਲ 'ਚ ਇਜ਼ਾਫਾ ਕਰ ਰਿਹਾ। ਸੰਧੂ ਸਾਹਿਬ ਤੁਹਾਡਾ ਸਮਾਂ ਬੜਾ ਕੀਮਤੀ ਹੈ, ਤੁਸੀਂ ਨਿਊਯਾਰਕ ਦੇ ਲਈ ਨਿਕਲਣਾ, ਮੈਨੂੰ ਤੁਹਾਡੇ ਸਟਾਫ ਨੇ ਦੱਸਿਆ, ਪਰ ਅਸੀਂ ਲਾਹਾ ਲੈ ਲਈਏ। ਇੱਕ ਸਵਾਲ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਬਹੁਤ ਵੱਡਾ ਨਾਮ ਹੋਇਆ, ਉਹਨਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਨੇ, ਉਹਨਾਂ ਦੇ ਸਿਧਾਂਤਾਂ ਨੂੰ, ਉਹਨਾਂ ਦੀਆਂ ਗੱਲਾਂ ਨੂੰ ਅਤੇ ਉਹਨਾਂ ਦੇ ਕੰਟਰੀਬਿਊਸ਼ਨ ਨੂੰ। ਤੁਹਾਡੇ ਤੇ ਤੁਹਾਨੂੰ ਤੁਹਾਡੀ ਨਿੱਜੀ ਜ਼ਿੰਦਗੀ 'ਤੇ ਆਪਣੇ ਦਾਦਾ ਜੀ ਦਾ ਕੀ ਪ੍ਰਭਾਵ ਲੱਗਦਾ? ਦੇਖੋ ਸੋਢੀ ਸਾਹਿਬ, ਮੈਂ ਤਾਂ ਪੈਚ ਵੀ ਨਹੀਂ ਹੈਗਾ ਉਹਨਾਂ 'ਤੇ, ਕਿਉਂਕਿ ਉਹਨਾਂ ਨੇ ਜਿਹੜਾ ਸੈਕਰੀਫਾਈਸ ਕੀਤਾ ਸੀਗਾ, 40 ਸਾਲ ਦੀ ਉਮਰ 'ਚ ਉਹਨਾਂ ਦੀ ਡੈਥ ਹੋਈ ਲਾਹੌਰ ਜੇਲ੍ਹ 'ਚ 1926। ਔਰ ਜਿਹੜੇ ਵੈਲਿਊਜ਼, ਜਿਹੜੇ ਪ੍ਰਿੰਸੀਪਲਸ 'ਤੇ ਉਹ ਖੜੇ ਰਹੇ,
ਉਹਦੇ 'ਚੋਂ ਡਟ ਕੇ ਖੜੇ ਰਹੇ। ਉਹਨਾਂ ਨੇ ਕਦੀ ਪਬਲਿਸਿਟੀ ਨਹੀਂ ਲਈ, ਕਦੀ ਫਰੰਟ 'ਚ ਨਹੀਂ ਆਏ। ਤੁਸੀਂ ਰੁਚੀ ਰਾਮ ਸਾਨੀ ਦੀ ਕਿਤਾਬ ਹੈਗੀ ਹੈ ਜਿਹੜੀ ਫਰੀडम ਸਟਰਗਲ ਤੇ ਗੁਰਦੁਆਰਾ ਸਿੱਖ ਗੁਰਦੁਆਰਾ ਰਿਫਾਰਮ ਮੂਵਮੈਂਟ ਤੇ, ਉਹ ਪੜ੍ਹੋਗੇ, ਉਹਦੇ 'ਚ ਬੜਾ ਕਲੀਅਰ ਹੈਗਾ। ਲੇਕਿਨ ਤੁਸੀਂ ਮੈਨੂੰ ਪੁੱਛਿਆ ਤਾਂ ਮੈਂ ਇਹੋ ਹੀ ਲੈਸਨ ਉਹਨਾਂ ਕੋਲ ਵੀ ਸਿੱਖਿਆ, ਔਰ ਮੇਰੇ ਫਾਦਰ ਸਾਹਿਬ ਜਿਨ੍ਹਾਂ ਦੇ ਨਾਲ ਮੈਨੂੰ ਓਪਰਚੁਨਿਟੀ ਮਿਲੀ, ਮੈਂ ਛੋਟਾ ਬੱਚਾ ਸੀ, ਅੰਮ੍ਰਿਤਸਰ 'ਚ ਮੈਂ ਵੀ ਗਰੋ ਅਪ ਕੀਤਾ, ਰੋਜ਼ ਸਵੇਰੇ ਦਰਬਾਰ ਸਾਹਿਬ ਜਾਂਦੇ ਸੀ, ਮੱਥਾ ਟੇਕਦੇ ਸੀਗੇ। ਇਹ ਕਈ ਤੁਹਾਡੇ ਦਰਸ਼ਕ ਹੈਗੇ ਨੇ ਜਿਹੜੇ ਉਹਨਾਂ ਨੂੰ ਜਾਣਦੇ ਨੇ, ਕਈ ਇੱਥੇ ਵੀ ਮੈਨੂੰ ਉਹਨਾਂ ਦੇ ਸਟੂਡੈਂਟਸ ਮਿਲੇ। ਇਨਫੈਕਟ ਮੈਂ ਤੁਹਾਨੂੰ ਰਤਨ ਲਾਲ ਦੇ ਬਾਰੇ ਦੱਸਿਆ, ਰਤਨ ਲਾਲ ਨੇ ਮੈਨੂੰ ਹੈਰਾਨ ਕਰ ਦਿੱਤਾ ਜਦੋਂ ਡਾਕਟਰ ਰਤਨ ਲਾਲ ਨੇ ਦੱਸਿਆ ਕਿ ਐਕਚੁਅਲੀ ਉਹ ਮੇਰੇ ਫਾਦਰ ਦੇ ਸਟੂਡੈਂਟ ਸੀਗੀ। ਮੇਰੇ ਫਾਦਰ ਤੇ ਮਦਰ 1956 'ਚ ਓਹਾਇਓ ਸਟੇਟ ਯੂਨੀਵਰਸਿਟੀ 'ਚ ਆ ਕੇ ਉਹਨਾਂ ਨੇ ਡਾਕਟਰੇਟ ਕੀਤੀ, ਔਰ 1958 'ਚ ਵਾਪਸ ਹਿੰਦੁਸਤਾਨ ਗਏ, ਲੁਧਿਆਣੇ ਆ ਕੇ ਨੌਕਰੀ ਕੀਤੀ, ਵਾਪਸ ਆ ਕੇ ਸਰਵਿਸ ਕੀਤੀ। ਤੁਹਾਨੂੰ ਪਤਾ ਹੈ ਕਈ ਲੋਕ ਅਮਰੀਕਾ ਆ ਕੇ ਵਾਪਸ ਨਹੀਂ ਜਾਂਦੇ, ਲੇਕਿਨ ਉਹਨਾਂ ਦਾ ਫੋਕਸ ਸਰਵਿਸ 'ਚ ਸੀਗਾ। ਸੋ ਮੈਂ ਵੀ ਉਹਨਾਂ ਤੋਂ ਇਹੋ ਹੀ ਸਿੱਖਿਆ ਹੈ ਕਿ ਮੈਨੂੰ ਵੀ ਵਾਹਿਗੁਰੂ ਨੇ ਓਪਰਚੁਨਿਟੀ ਦਿੱਤੀ ਸਰਵਿਸ ਕਰਨ ਦੀ, ਔਰ ਇਸ ਇੰਪੋਰਟੈਂਟ ਪਦਵੀ ਤੇ ਪਹੁੰਚਣ ਦੀ, ਔਰ ਜੋ ਵੀ ਮੈਂ ਕਰ ਸਕਿਆ ਮੈਂ ਆਪਣੇ ਵੱਲੋਂ ਪੂਰੇ ਪੈਸ਼ਨ ਔਰ એનર્ਜੀ ਨਾਲ ਕਰਦਾ ਹੈ। ਲੇਕਿਨ ਬਿਲਕੁਲ ਹਿਊਮਿਲਿਟੀ ਨਾਲ, ਕੋਈ ਵੀ ਗਲਤੀ ਹੋ ਸਕਦੀ ਹੈ, ਲੇਕਿਨ ਆਪਣੀਆਂ ਅੱਖਾਂ, ਕੰਨ ਔਰ ਦਿਮਾਗ ਖੁੱਲਾ ਰੱਖਣਾ ਔਰ ਆਲਵੇਜ਼ ਸਿੱਖਣਾ। ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ, ਤੁਹਾਡਾ ਜਗਬਾਣੀ ਟੀਵੀ ਦੇ ਨਾਲ ਗੱਲਬਾਤ ਕਰਨ ਦੇ ਲਈ ਬੜੀ ਮਿਹਰਬਾਨੀ ਤੁਹਾਡੀ। ਥੈਂਕ ਯੂ ਵੈਰੀ ਮਚ ਸੋਢੀ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।